गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु राही सानूं साडे जीवन की जाच दसी बई किवें असी गुरु की मत द्वारा आपदा जिहड़ा जीवन वो सुखी बतीत कर सकते। असी इस लोक दे विच भी साडा मन सुखी रह सकदा ते असी आपदा आगा जिहड़ा आगा भी सवार सकते। पर जिहड़े जीव नहीं गुरु की मत लेंदे, नहीं सत्संगत करते, नहीं सिमरन करते, उन्हां दा जिहड़ा जीवन वो फिर बहुता वधिया नहीं हुंदा, क्योंकि उन्हां दे जीवन दे विच दुविधा, कला कलेश, वैर विरोध, ईरखा, नफरत, ना उन्हां नूं आप मन नूं शांति ते ना ही फिर वो किसी होर नूं सुख दे सकते। हौले संसार दे जीवन की अवस्था जिन्हां ने नहीं गुरु की मत लई, नहीं सत्संगत की, नहीं सोझी लई, फिर ये जिहड़ी माया इहनूं सरपणी कहंदी, ये सरपणी मनां नूं जहर चढ़ा दिंदी। जदों जहर चढ़दा फिर ऐसी जीव दुविधा दे विच पैंदा है। फिर ये दुविधा दे विच पिया होया सतगुरु कहंदे दुविधा ने बहुते जीवन सी जिहड़े वो गाल दित्ते। जीव अपने जीवन का लाहा नहीं खटदा। सतगुरु इसलिए फरमाउंदे माया बिख भयंगम नाले
ਇਹਨਾਂ ਦੁਬਦਾ ਘਰ ਬਹੁਤੇ ਗਾਲੇ, ਬਈ ਇਹ ਦੁਬਦਾ ਨੇ ਬਹੁਤੇ ਘਰ ਗਾਲੇ। ਮਨਾਂ 'ਚ ਜੀਵਾਂ ਦੇ ਦੁਬਦਾ, ਵੈਰ ਵਿਰੋਧ। ਹੁਣ ਇਹ ਦੁਬਦਾ ਫਿਰ ਕਿਵੇਂ ਫੈਲਦੀ, ਉਹਦੇ ਵਾਸਤੇ ਫਿਰ ਆਪਾਂ ਨੂੰ ਜੀਵਨ ਦੀ ਜਾਂਚ ਦੱਸੀ ਵੀ ਇਹ ਸੰਸਾਰ ਦੇ ਵਿੱਚ ਜਿਹੜਾ ਖੇਲ ਚੱਲਦਾ ਹੈ, ਉਹ ਖੇਲ ਚੱਲਦਾ ਵਿਚਾਰਾਂ 'ਤੇ। ਜਿਉਂ ਹੀ ਅਸੀਂ ਇਸ ਲੋਕ ਵਿੱਚ ਪ੍ਰਵੇਸ਼ ਹੁੰਦੇ ਹਾਂ, ਇਸ ਸਰੀਰ ਨੂੰ ਲੋਕ ਕਹਿੰਦੇ, ਇਹ ਲੋਕ ਵਿਚਾਰਾਂ ਦਾ ਹੈ। ਇੱਧਰ ਆਉਣ ਸਾਰੀ ਸਾਡੇ ਅੰਦਰ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ। ਹੁਣ ਇੱਧਰ ਸਾਰਾ ਵਿਚਾਰਾਂ ਦਾ ਖੇਲ, ਅਤੇ ਵਿਚਾਰਾਂ ਦੇ ਹੀ ਸਾਡੇ ਸਾਰਿਆਂ ਦੇ ਰਿਸ਼ਤੇ ਨਾਤੇ ਨੇ। ਭਰਾ ਭਰਾ ਦਾ ਰਿਸ਼ਤਾ ਵਿਚਾਰਾਂ ਦਾ, ਪਿਓ ਪੁੱਤ ਦਾ, ਔਰਤ ਮਰਦ ਦਾ, ਸੰਗੀਆਂ ਸਾਥੀਆਂ ਦੇ, ਇਹ ਸਭ ਸਾਡੇ ਵਿਚਾਰਾਂ ਦੇ ਰਿਸ਼ਤੇ। ਇਹਨਾਂ ਵਿਚਾਰਾਂ ਦੇ ਵਿੱਚ ਹੀ ਦੁੱਖ ਸੁੱਖ ਹੈ, ਵਿਚਾਰਾਂ ਦੇ ਵਿੱਚ ਹੀ ਪਾਪ ਪੁੰਨ ਹੈ। ਅਤੇ ਵਿਚਾਰਾਂ ਦਾ ਨਾਂ ਖੇਲ ਸਮਝਣ ਕਰਕੇ ਫਿਰ ਜਦੋਂ ਜੀਵਾਂ ਦਾ ਵਿਚਾਰਾਂ ਦਾ ਟਕਰਾਅ ਹੁੰਦਾ, ਫਿਰ ਟਕਰਾਅ ਹੋਣ ਦੇ ਨਾਲ ਸਾਡੇ ਅੰਦਰ ਦੁਬਦਾ ਪੈਦਾ ਹੁੰਦੀ, ਜਿਹਦੇ ਨਾਲ ਫਿਰ ਸਾਡੇ ਵਿਚਾਰ ਨਹੀਂ ਮਿਲਦੇ। ਦੁਬਦਾ ਵਸ ਹੋਇਆ ਹੋਇਆ ਜੀਵ ਉਹਦੀ ਨਿੰਦਿਆ ਸ਼ੁਰੂ ਕਰ ਦਿੰਦਾ, ਉਹਦੇ ਨਾਲ ਈਰਖਾ, ਉਹਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ। ਫਿਰ ਇਹ ਦੁਬਦਾ ਅੱਗੇ ਦੀ ਅੱਗੇ ਵੱਧਦੀ ਜਾਂਦੀ। ਹੁਣ ਇਸ ਅਵਸਥਾ 'ਚ ਫਿਰ ਜੀਵ ਦੁਬਦਾ ਵਿੱਚ ਪਏ ਹੋਏ, ਵਿਚਾਰਾਂ ਦਾ ਟਕਰਾਅ ਹੋਣ ਕਰਕੇ ਭਰਾ ਭਰਾ ਦੀ ਆਪਸ ਵਿੱਚ ਨਹੀਂ ਬਣਦੀ। ਪਿਓ ਪੁੱਤ, ਉਹਨਾਂ ਦਾ ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ। ਔਰਤ ਮਰਦ ਨੇ, ਪਤੀ ਪਤਨੀ, ਉਹਨਾਂ ਦਾ ਵਿਚਾਰਾਂ ਦਾ ਟਕਰਾਅ ਹੁੰਦਾ, ਉਹਨਾਂ ਦੇ ਵਿਚਾਰ ਨਹੀਂ ਰਲਦੇ ਆਪਸ ਵਿੱਚ। ਨੂੰਹ ਸੱਸ ਦਾ ਝਗੜਾ ਹੋ ਜਾਂਦਾ, ਉਹਨਾਂ ਦੇ ਵਿਚਾਰ ਨਹੀਂ ਇੱਕ ਦੂਸਰੇ ਨਾਲ ਮਿਲਦੇ। ਹੁਣ ਇੱਦਾਂ ਫਿਰ ਵਿਚਾਰਾਂ ਦਾ ਟਕਰਾਅ ਹੋਣ ਕਰਕੇ ਜੀਵਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਨਹੀਂ, ਉਹਨਾਂ ਦੇ ਅੰਦਰ ਕਲਾ ਕਲੇਸ਼। ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਵੀ ਇਹ ਦੁਬਦਾ ਨੇ ਬਹੁਤੇ ਘਰ ਗਾਲ ਦਿੱਤੇ, ਇਹਨਾਂ ਦੁਬਦਾ ਘਰ ਬਹੁਤੇ ਗਾਲੇ। ਵੀ ਇਹ ਐਸੀ ਦੁਬਦਾ ਸਾਡੇ ਮਨਾਂ ਨੂੰ ਚੁੰਬੜੀ, ਜਿਹਦੇ ਨਾਲ ਜੀਵ ਦੀ ਦੁਬਦਾ ਹੁੰਦੀ, ਉਹਨੂੰ ਲੱਗਦਾ ਬਈ ਇਹ ਮੇਰੀਆਂ ਗੱਲਾਂ ਕਰਦਾ। ਜੇ ਦੂਰੋਂ ਖੜਾ ਵੀ ਹੋਵੇ, ਕੋਈ ਸਹਿਜ ਸੁਭਾਅ ਦਾ ਵੀ ਕੋਈ ਗੱਲ ਕਰੇ, ਜਿਹਦੇ ਨਾਲ ਦੁਬਦਾ, ਉਹਨੂੰ ਲੱਗਦਾ ਵੀ ਮੇਰੀ ਗੱਲ ਕਰਦਾ, ਅਤੇ ਉਹਨੂੰ ਮੈਂ ਸੁਣਾ ਕੀ ਕਰਦਾ। ਫਿਰ ਇੱਥੋਂ ਦੁਬਦਾ ਜਿਹੜੀ ਉਹ ਸ਼ੁਰੂ ਹੋ ਜਾਂਦੀ, ਫਿਰ ਅੱਗੇ ਦੀ ਅੱਗੇ ਦੁਬਦਾ ਵੱਧਦੀ ਜਾਂਦੀ। ਸਤਿਗੁਰੂ ਇਹ ਦੁਬਦਾ ਨੂੰ ਗੁਰਬਾਣੀ 'ਚ ਬੌਰੀ ਕਹਿੰਦੇ, ਕਮਲੀ। ਜਿਹੜੇ ਮਨ ਨੂੰ ਇੱਕ ਵਾਰ ਚੁੰਬੜ ਗਈ ਦੁਬਦਾ, ਉਹ ਫਿਰ ਮਨ ਨੂੰ ਬੌਰਾ ਕਰਕੇ ਛੱਡਦੀ, ਕਮਲਾ ਕਰਕੇ ਛੱਡਦੀ, ਉੱਦਾਂ ਛੱਡਦੀ। ਮਾਰੇ ਫਰਮਾਉਂਦੇ ਦੁਬਦਾ ਬੌਰੀ, ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਿਵਟ ਰਹੀ ਹੁਣ ਬੰਧ ਨਾ ਪਾਇਆ। ਵੀ ਐਸੀ ਸਾਡੇ ਮਨਾਂ ਨੂੰ ਦੁਬਦਾ ਚੁੰਬੜੀ, ਐਸੀ ਦੁਬਦਾ ਲੱਗੀ, ਇਹ ਦੁਬਦਾ ਨੇ ਬਹੁਤੇ ਘਰ ਗਾਲ ਦਿੱਤੇ ਅਤੇ ਸਾਡੇ ਮਨਾਂ ਨੂੰ ਕਮਲੇ ਕਰ ਦਿੱਤੇ। ਦੁਬਦਾ ਵਸ ਜੀਵ ਹੋਇਆ ਹੋਇਆ ਫਿਰ ਦੂਸਰਿਆਂ ਦੀ ਬੁਰਾਈ ਕਰਦਾ। ਹੁਣ ਜਿਹਨੂੰ ਇਹ ਆਦਤ ਪੈ ਗਈ ਬੁਰਾਈ ਕਰਨ ਦੀ, ਨਿੰਦਾ ਕਰਨ ਦੀ, ਉਹ ਫਿਰ ਇਹ ਨਹੀਂ ਵੀ ਇੱਕ ਨਾਲ ਹੀ ਕਰੇਗਾ ਦੁਬਦਾ। ਜਿਹਦੇ ਅੰਦਰ ਦੁਬਦਾ ਆ ਗਈ, ਫਿਰ ਉਹ ਕਿਸੇ ਨਾਲ ਵੀ ਕਰ ਸਕਦਾ, ਕਿਉਂਕਿ ਵਿਚਾਰਾਂ ਦਾ ਖੇਲ ਹੈ। ਸਾਡੇ ਵਿਚਾਰਾਂ ਦਾ ਕਿਸੇ ਨਾਲ ਵੀ ਟਕਰਾਅ ਹੋ ਸਕਦਾ। ਇਹ ਖੇਲ ਵਿਚਾਰਾਂ ਦਾ, ਅਤੇ ਕਾਲ ਕਿਸੇ ਸਮੇਂ ਵੀ ਸਾਡੇ ਵਿਚਾਰ ਬਦਲ ਸਕਦਾ। ਤ੍ਰੈ ਗੁਣਾਂ ਦੇ ਵਿੱਚ ਹੀ ਸਾਰਾ ਕੁਛ ਇਹਦੇ ਵੱਸ। ਜਿਹਨੂੰ ਮਰਜ਼ੀ ਉਹ ਰਜੋਗੁਣੀ ਕਰਦੇ, ਤਮੋਗੁਣੀ ਕਰਦੇ। ਹੁਣ ਜਦੋਂ ਫਿਰ ਸਾਡਾ ਵਿਚਾਰਾਂ ਦਾ ਟਕਰਾਅ ਹੋਏਗਾ, ਸਾਡੇ ਅੰਦਰ ਦੁਬਦਾ ਆਏਗੀ, ਅਤੇ ਫਿਰ ਦੁਬਦਾ ਤੋਂ ਅੱਗੇ
ਇਹ ਕਲਾ ਕਲੇਸ਼ ਸਾਰਾ ਵੱਧਦਾ ਹੀ ਜਾਂਦਾ ਸੀ। ਪਰਿਵਾਰ ਦੇ ਵਿੱਚ, ਫਿਰ ਆਂਢੀਆਂ ਗੁਆਂਢੀਆਂ ਨਾਲ, ਫਿਰ ਗਾਂ ਸੰਸਾਰ ਦੇ ਨਾਲ, ਗਾਂ ਦੀ ਗਾਂ ਫਿਰ ਇਹ ਵੱਧਦਾ ਹੀ ਜਾਂਦਾ ਸੀ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਜੇ ਅਸੀਂ ਇਹ ਦੁਵਿਧਾ 'ਚ ਪੈ ਗਏ, ਇਹ ਦੁਵਿਧਾ ਨੇ ਸਾਡਾ ਘਰ ਤਾਂ ਗਾਲਣਾ ਹੀ ਗਾਲਣਾ, ਫਿਰ ਅਸੀਂ ਤਾਂ ਜੀਵਨ ਦਾ ਲਾਹਾ ਖੱਟਣਾ ਕੀ ਹੈ, ਅਤੇ ਗਾਂ ਅਸੀਂ ਹੋਰਾਂ ਨੂੰ ਵੀ ਦੁੱਖ ਦੇਵਾਂਗੇ, ਇਹ ਸ਼ਾਂਤ ਕਰਾਂਗੇ। ਇਹ ਦੁਵਿਧਾ ਵਿੱਚ ਜੀਵ ਪਿਆ ਹੋਇਆ, ਫਿਰ ਆਪਣਾ ਆਪਾ ਵਿਚਾਰਦਾ ਨਹੀਂ, ਆਪਣੇ ਬਾਰੇ ਸੋਚਣਾ ਬੰਦ ਕਰ ਦਿੰਦਾ। ਫਿਰ ਜਿਹਦੇ ਨਾਲ ਨਹੀਂ ਵਿਚਾਰ ਮਿਲਦੇ ਉਹਦੇ ਬਾਰੇ ਸੋਚੀ ਜਾਂਦਾ, ਇਹਨੇ ਮੈਨੂੰ ਆਹ ਗੱਲ ਕਿਉਂ ਆਖੀ, ਇਹਨੇ ਮੈਨੂੰ ਇੱਦਾਂ ਕਿਉਂ ਬੋਲਿਆ, ਇਹ ਫਲਾਣੇ ਕੋਲ ਮੇਰੀਆਂ ਇੱਦਾਂ ਗੱਲਾਂ ਕਿਉਂ ਕਰਦਾ। ਉਹ ਫਿਰ ਉਹੀਓ ਜੀਵ ਦੇ ਅੰਦਰ ਵਿਚਾਰ ਚੱਲੀ ਜਾਂਦੇ, ਜਿਹਦੇ ਨਾਲ ਦੁਵਿਧਾ ਉਹ ਐਂ ਕਰਦਾ, ਉਹ ਐਂ ਕਰਦਾ, ਉਹਦੇ ਬਾਰੇ ਹੀ ਜੀਵ ਸੋਚੀ ਜਾਂਦਾ, ਆਪਦੇ ਬਾਰੇ ਸੋਚਦਾ ਹੀ ਨਹੀਂ, ਆਪਣਾ ਆਪਾ ਵਿਚਾਰਦਾ ਹੀ ਨਹੀਂ। ਅਤੇ ਇਹ ਦੁਵਿਧਾ ਐਸੀ ਹੈ, ਫਿਰ ਇਹ ਸਾਨੂੰ ਮਰਨਾ ਵੀ ਭੁਲਾ ਦਿੰਦੀ, ਐਸੀ ਮਨ ਨੂੰ ਇਹ ਦੁਵਿਧਾ ਚੁੰਬੜਦੀ, ਬੌਰੀ ਅਤੇ ਮਨ ਨੂੰ ਵੀ ਬੌਰਾ ਕਰ ਦਿੰਦੀ, ਅਤੇ ਜਿਹੜਾ ਬੌਰਾ ਹੋ ਗਿਆ ਉਹਨੂੰ ਮਰਨਾ ਵੀ ਭੁੱਲ ਜਾਂਦਾ। ਮਹਾਰਾਜ ਕਹਿੰਦੇ ਫਿਰ ਇਹ ਜਿਹੜਾ ਜੀਵਨ ਸਾਨੂੰ ਮਿਲਿਆ, ਮਾਨਸ ਜਾਮਾ ਰਤਨ ਕਹਿੰਦੇ ਇਹਨੂੰ, ਪਦਾਰਥ, ਫਿਰ ਇਹ ਰਤਨ ਪਦਾਰਥ ਦਾ ਵੀ ਲਾਹਾ ਨਹੀਂ ਖੱਟਦਾ। ਫਿਰ ਦੁਵਿਧਾ ਵਿੱਚ ਪਿਆ ਹੋਇਆ ਜੀਵ ਵਾਪਸ ਫਿਰ ਜੂਨਾਂ 'ਚ ਹੀ ਮੁੜਦਾ, ਉਹ ਜੀਵਨ ਦਾ ਲਾਹਾ ਨਹੀਂ ਖੱਟੇਗਾ। ਫਿਰ ਜਦੋਂ ਜੂਨਾਂ 'ਚ ਵਾਪਸ ਜਾਏਗਾ, ਫਿਰ ਰੋਏਗਾ, ਫਿਰ ਪਛਤਾਏਗਾ ਬਈ ਇੰਨੇ ਸਮੇਂ ਬਾਅਦ ਭਾਰੀ ਮੌਕਾ ਮਿਲਿਆ ਸੀ, ਅਤੇ ਉਹ ਵੀ ਦੁਵਿਧਾ ਵਿੱਚ ਪੈ ਕੇ ਸਾਰਾ ਜੀਵਨ ਬਰਬਾਦ ਕਰ ਲਿਆ। ਮਹਾਰਾਜ ਇਸ ਲਈ ਫਰਮਾਉਂਦੇ, ਜਨਮ ਪਦਾਰਥ ਦੁਵਿਧਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਬਈ ਜੇ ਅਸੀਂ ਦੁਵਿਧਾ ਵਿੱਚ ਹੀ ਪਏ ਰਹੇ, ਅਤੇ ਫਿਰ ਅਸੀਂ ਇਹ ਜਨਮ ਪਦਾਰਥ ਨੂੰ ਖੋਲਾਂਗੇ, ਅਸੀਂ ਇਹਨੂੰ ਗਵਾਲਾਂਗੇ। ਹੁਣ ਇਹ ਦੁਵਿਧਾ ਫਿਰ ਖਤਮ ਕਿਵੇਂ ਹੋਵੇ? ਅਤੇ ਸਤਿਗੁਰੂ ਫਿਰ ਸਾਨੂੰ ਦੱਸਦੇ ਵੀ ਜੇ ਤੁਹਾਡੇ ਅੰਦਰ ਦੁਵਿਧਾ ਆ ਗਈ ਹੈ, ਤੁਹਾਡਾ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਹੋ ਗਿਆ, ਤੁਹਾਡੀ ਕਿਸੇ ਨਾਲ ਨਹੀਂ ਬਣਦੀ, ਫਿਰ ਤੁਸੀਂ ਸਿਮਰਨ ਕਰੋ ਅਤੇ ਸਾਰਾ ਪਰਿਵਾਰ ਬੈਠ ਕੇ ਸਿਮਰਨ ਕਰੋ। ਜੇ ਤਾਂ ਸਾਰਾ ਪਰਿਵਾਰ ਮੰਨਦਾ ਹੈ, ਇਕੱਠੇ ਹੋ ਕੇ ਬੈਠਾਂਗੇ, ਅਸੀਂ ਸਿਮਰਨ ਕਰਾਂਗੇ, ਅਤੇ ਸਾਡੇ ਅੰਦਰੋਂ ਜਿਹੜੀ ਦੁਵਿਧਾ ਇੱਕ ਦੂਸਰੇ ਪ੍ਰਥਾਏ ਉਹ ਖਤਮ ਹੋ ਜਾਏਗੀ। ਚਾਹੇ ਉਹ ਸਾਡਾ ਭਰਾ ਹੈ, ਚਾਹੇ ਮਾਤਾ ਪਿਤਾ ਹੈ, ਚਾਹੇ ਭੈਣ ਭਰਾ ਨੇ, ਚਾਹੇ ਔਰਤ ਮਰਦ ਨੇ, ਚਾਹੇ ਨੂੰਹ ਸੱਸ ਨੇ, ਜਿਨ੍ਹਾਂ ਦੀ ਨਹੀਂ ਬਣਦੀ ਆਪਸ ਵਿੱਚ, ਜਦੋਂ ਇਕੱਠੇ ਬਹਿ ਕੇ ਸਿਮਰਨ ਕਰਨਗੇ ਅਤੇ ਉਹਨਾਂ ਦੀ ਵਿਚਾਰਧਾਰਾ ਇੱਕ ਹੋ ਜਾਏਗੀ। ਮਹਾਰਾਜ ਫਿਰ ਆਪਾਂ ਨੂੰ ਇਹ ਦੁਵਿਧਾ ਖਤਮ ਕਰਨ ਦੀ ਜੁਗਤੀ ਤਰੀਕਾ ਦੱਸਦੇ, ਫਰਮਾਉਂਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਈ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਵੇਸੋ ਸਫਾ ਵਿਸ਼ਾਈ। ਬਈ ਇਕੱਠੇ ਹੋ ਕੇ ਬੈਠੋ ਅਤੇ ਸਿਮਰਨ ਕਰੋ। ਜਦੋਂ ਸਿਮਰਨ ਕਰਾਂਗੇ ਸਾਡੀ ਵਿਚਾਰਧਾਰਾ ਇੱਕ ਹੋ ਜਾਏਗੀ। ਸਾਡੀ ਜਦੋਂ ਪੌਣ ਸਮ ਹੋ ਜਾਏਗੀ, ਪੌਣ ਦਾ ਸਾਰਾ ਖੇਲ, ਸੰਤੁਲਨ ਵਿਗੜਿਆ ਹੋਣ ਕਰਕੇ ਪੌਣ ਦਾ, ਸਾਡੇ ਵਿਚਾਰ ਇੱਕ ਦੂਸਰੇ ਦੇ ਵੱਖੋ ਵੱਖਰੇ ਨੇ। ਜਿਵੇਂ ਜੇ ਇੱਕ ਦਾ ਵਹਾਅ ਖੱਬੇ ਪਾਸੇ ਚੱਲਦਾ ਹੈ ਅਤੇ ਉਹ ਰਜੋਗੁਣੀ ਹੋ ਜਾਏਗਾ, ਉਹਦੇ ਅੰਦਰ ਇਹ ਆਸ਼ਾ ਵਿਲਾਸ਼ਾ, ਤ੍ਰਿਸ਼ਨਾਵਾਂ, ਸਹਿੰਸੇ ਫਿਕਰ, ਚਿੰਤਾਵਾਂ, ਇਹ ਵਿਚਾਰ ਵੱਧ ਜਾਣਗੇ, ਇਹ ਹਾਵੀ ਹੋ ਜਾਣਗੇ। ਜੇ ਦੂਸਰੇ ਜੀਵ ਦਾ ਵਹਾਅ ਸੱਜੇ ਪਾਸੇ ਹੋ ਗਿਆ, ਇੱਧਰ ਤਮੋ ਗੁਣ, ਇੱਧਰ ਤਪਸ਼, ਅਤੇ ਉਹਦੇ ਅੰਦਰ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫ਼ਰਤ, ਉਹਦੇ ਅੰਦਰ ਛੋਟੀ ਛੋਟੀ ਗੱਲ 'ਤੇ ਉਹਨੂੰ ਗੁੱਸਾ ਆਉਣਾ,
ਫਿਰ ਉਹਦੇ ਅੰਦਰ ਇਹ ਵਿਚਾਰ ਹਾਵੀ ਹੋ ਜਾਣਗੇ। ਜਿਹੜੀ ਗੱਲ ਰਜੋ ਗੁਣ ਨਾਲ ਆਖੇਗਾ ਉਹ ਤਮੋ ਗੁਣ ਨਾਲ ਨਹੀਂ ਮੰਨੇਗਾ, ਜਿਹੜਾ ਤਮੋ ਗੁਣ ਨਾਲ ਆਖੇਗਾ ਉਹ ਰਜੋ ਗੁਣ ਨਾਲ ਨਹੀਂ ਮੰਨੇਗਾ, ਅਤੇ ਉਹ ਵਿਚਾਰਾਂ ਦਾ ਟਕਰਾਅ ਹੋਏਗਾ। ਜਦੋਂ ਟਕਰਾਅ ਹੋਏਗਾ ਸਾਡੇ ਅੰਦਰ ਦੁਬਿਧਾ ਆਏਗੀ ਵੀ ਮੇਰੀ ਤਾਂ ਘਰ ਦੇ ਵਿੱਚ ਕੋਈ ਕਦਰ ਹੀ ਨਹੀਂ, ਮੇਰੇ ਤਾਂ ਕਹਿਣਾ ਹੀ ਨਹੀਂ ਕੋਈ ਮੰਨਦਾ। ਉਹ ਇੱਕ ਨੂੰ ਲੱਗਦਾ ਮੇਰਾ ਕਿਉਂ ਨਹੀਂ ਮੰਨਦਾ, ਦੂਜੇ ਨੂੰ ਲੱਗਦਾ ਮੇਰਾ ਕਿਉਂ ਨਹੀਂ ਮੰਨਦਾ, ਅਤੇ ਦੋਵਾਂ ਦੇ ਵਿੱਚ ਹੀ ਦੁਬਿਧਾ ਆ ਜਾਂਦੀ। ਜਦੋਂ ਦੁਬਿਧਾ ਆ ਜਾਂਦੀ, ਵਿਚਾਰਾਂ ਦਾ ਟਕਰਾਅ ਹੋ ਗਿਆ, ਅਤੇ ਫਿਰ ਸਾਡਾ ਮਨ ਨਹੀਂ ਲੱਗਣਾ। ਚਾਹੇ ਸਾਡੇ ਘਰ ਦੇ ਵਿੱਚ ਕਿੰਨੀਆਂ ਵੀ ਸੁੱਖ ਸਹੂਲਤਾਂ, ਕਿੰਨਾ ਅਸੀਂ ਸੋਹਣਾ ਘਰ ਬਣਾਇਆ, ਕੋਠੀ ਬਣਾਈ, ਮਹਿਲ ਬਣਾਏ, ਜਿਨ੍ਹਾਂ ਦਾ ਇਹ ਵਿਚਾਰਾਂ ਦਾ ਟਕਰਾਅ ਹੁੰਦਾ, ਜਿਨ੍ਹਾਂ ਨੇ ਖੇਲ ਨਹੀਂ ਸਮਝਿਆ, ਉਹਨਾਂ ਦਾ ਕਿੱਡਾ ਘਰ ਵੀ ਉਹਨਾਂ ਦਾ ਉੱਥੇ ਘਰ 'ਚ ਜੀਅ ਨਹੀਂ ਲੱਗੇਗਾ। ਫਿਰ ਉਹਨਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਹੋਏਗੀ। ਵਿਚਾਰਾਂ ਦਾ ਟਕਰਾਅ ਹੋਣ ਕਰਕੇ, ਦੁਬਿਧਾ ਹੋਣ ਕਰਕੇ, ਅਤੇ ਉਹਨਾਂ ਦਾ ਜਿਹੜਾ ਮਨ ਉਹ ਹੋਏਗਾ। ਜੇ ਹੁਣ ਅਸੀਂ ਸਿਮਰਨ ਕਰੀਏ ਇਕੱਠੇ ਬੈਠ ਕੇ, ਫਿਰ ਸਾਡੀਆਂ ਦੋਵਾਂ ਸੁਰਾਂ ਦੇ ਵਿੱਚ ਪੌਣ ਸਮ ਹੋ ਜਾਂਦੀ ਅਤੇ ਅਸੀਂ ਸਤੋਗੁਣੀ ਹੋ ਜਾਂਦੇ। ਸਤੋਗੁਣ ਦੇ ਵਿੱਚ ਦਇਆ, ਨਰਮਤਾਈ, ਸਹਿਣਸ਼ੀਲਤਾ, ਜਸ, ਸਤ, ਸਬਰ, ਸੰਤੋਖ ਇਹ ਗੁਣ ਨੇ। ਜਦੋਂ ਅਸੀਂ ਸਤੋਗੁਣੀ ਹੋ ਜਾਵਾਂਗੇ, ਸਾਡੇ ਅੰਦਰ ਦਇਆ ਆ ਜਾਏਗੀ, ਨਮਰਤਾ ਆ ਜਾਏਗੀ, ਅਤੇ ਜਿਹੜਾ ਇੱਕ ਗੱਲ ਆਖੇਗਾ ਦੂਜਾ ਉਹ ਸਤ ਵਚਨ ਕਰਕੇ ਮੰਨ ਲਏਗਾ ਵੀ ਤੁਸੀਂ ਜੋ ਕਹਿੰਦੇ ਹੋ ਠੀਕ ਹੈ ਜੀ, ਉਵੇਂ ਆਪਾਂ ਕਰ ਲੈਂਦੇ ਹਾਂ। ਅਤੇ ਵਿਚਾਰਾਂ ਦਾ ਟਕਰਾਅ ਹੋਣਾ ਨਹੀਂ, ਅਤੇ ਉਹ ਘਰ ਦੇ ਵਿੱਚ ਪਿਆਰ ਹੀ ਪਿਆਰ। ਫਿਰ ਜ਼ਰੂਰੀ ਨਹੀਂ ਵੀ ਸਾਡਾ ਘਰ ਬਹੁਤ ਵੱਡਾ ਹੋਵੇ, ਕੋਠੀ ਹੋਵੇ, ਮਹਿਲ ਹੋਵੇ, ਜਿੱਥੇ ਵਿਚਾਰਾਂ ਦਾ ਟਕਰਾਅ ਨਹੀਂ, ਜਿੱਥੇ ਪਰਮਾਤਮਾ ਦਾ ਸਿਮਰਨ ਹੈ, ਉਹ ਘਰ ਦੇ ਵਿੱਚ ਸੁੱਖ ਹੀ ਸੁੱਖ, ਉੱਥੇ ਸ਼ਾਂਤੀ ਹੀ ਸ਼ਾਂਤੀ, ਚਾਹੇ ਉਹ ਘਰ ਕੱਚਾ ਹੀ ਕਿਉਂ ਨਾ ਹੋਵੇ। ਉਸੇ ਪਿਆਰ ਹੀ ਪਿਆਰ, ਅਤੇ ਉੱਥੇ ਜਿਹੜਾ ਵੀ ਆਏਗਾ ਉਹਦੇ ਮਨ ਨੂੰ ਵੀ ਸ਼ਾਂਤੀ ਆਏਗੀ, ਸੁੱਖ ਮਿਲੇਗਾ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਇਹ ਚੀਜ਼ਾਂ ਸਾਡੇ ਵਾਸਤੇ ਬਹੁਤੀਆਂ ਕੋਈ ਅਹਿਮੀਅਤ ਨਹੀਂ ਰੱਖਦੀਆਂ ਸੰਸਾਰੀ। ਜੇ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ ਅਤੇ ਸਾਰਾ ਕੁਛ ਫਿਰ ਸਾਡੇ ਲਈ ਦੁੱਖ ਦਾ ਕਾਰਨ ਬਣ ਜਾਂਦਾ। ਇਹ ਮਾਇਆ ਨਾਗਣੀ ਸਰਪਣੀ ਐਸਾ ਸਾਨੂੰ ਜ਼ਹਿਰ ਚੜਾਉਂਦੀ, ਫਿਰ ਇਹ ਸਾਡੀ ਹੋਰ ਸੁੱਧ ਬੁੱਧ ਮਾਰੀ ਜਾਂਦੀ। ਜਿੰਨਾ ਅਸੀਂ ਵੱਧ ਖਲਾਰਾਂਗੇ, ਜਿੰਨਾ ਅਸੀਂ ਵੱਧ ਸਾਜੋ ਸਮਾਨ ਇਕੱਠਾ ਕਰਾਂਗੇ, ਓਨਾ ਸਾਨੂੰ ਜ਼ਿਆਦਾ ਜ਼ਹਿਰ ਚੜ੍ਹੇਗੀ, ਅਤੇ ਓਨੀ ਸਾਡੀ ਜ਼ਿਆਦਾ ਸੁੱਧ ਬੁੱਧ ਮਾਰੀ ਜਾਣ। ਮਹਾਰਾਜ ਤਾਂਹੀਓ ਸਾਨੂੰ ਸਮਝਾਉਂਦੇ, ਮਾਇਆ ਬਿਖ ਭਿਅੰਗਮ ਨਾਲੇ, ਇਹਨ ਦੁਬਿਧਾ ਘਰ ਬਹੁਤੇ ਗਾਲੇ। ਵੀ ਇਹ ਮਾਇਆ ਭਿਅੰਗਮ ਜਿਹੜੀ ਬਿਖ ਜ਼ਹਿਰ ਸਰਪਣੀ, ਇਹ ਨਾਲ ਹੀ ਹੈ, ਅਤੇ ਇਹ ਜ਼ਹਿਰ ਚੜ੍ਹਾ ਦਿੰਦੀ, ਅਤੇ ਐਸਾ ਜ਼ਹਿਰ ਚੜ੍ਹਦਾ ਵਿਚਾਰਾਂ ਦਾ ਟਕਰਾਅ ਹੋ ਕੇ, ਐਸੀ ਦੁਬਿਧਾ ਆਉਂਦੀ, ਅਤੇ ਦੁਬਿਧਾ ਨੇ ਬਹੁਤੇ ਘਰ ਗਾਲ ਦਿੱਤੇ। ਦੁਬਿਧਾ ਵਿੱਚ ਪਿਆ ਹੋਇਆ ਜੀਵ ਬਹੁਤ ਦੁਖੀ, ਬਹੁਤ ਅਸ਼ਾਂਤ ਹੁੰਦਾ। ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਇਹ ਦੁਬਿਧਾ ਦਾ ਹੋਰ ਕੋਈ ਇਲਾਜ ਨਹੀਂ ਹੈ। ਜੇ ਅਸੀਂ ਆਖੀਏ ਵੀ ਇਹ ਦੁਬਿਧਾ ਸਾਡੀ ਖਤਮ ਹੋ ਜੇ, ਅਤੇ ਉਹਦੇ ਵਾਸਤੇ ਅਸੀਂ ਡਾਕਟਰਾਂ ਕੋਲ ਜਾਈਏ, ਉਹਨਾਂ ਤੋਂ ਕੋਈ ਦਵਾਈ ਲੈ ਲਈਏ, ਅਸੀਂ ਕੋਈ ਦਾਰੂ ਨਹੀਂ ਬਣੀ। ਜਾਂ ਅਸੀਂ ਆਖੀਏ ਵੀ ਅਸੀਂ ਹੋਰ ਕੋਈ ਆਪਦੀ ਸਿਆਣਪ ਦੁਆਰਾ ਇਹਨੂੰ ਖਤਮ ਕਰ ਲਈਏ, ਨਹੀਂ ਕਰ ਸਕਦੇ। ਉਹਦੇ ਵਾਸਤੇ ਸਾਨੂੰ ਫਿਰ ਸਤ ਸੰਗਤ ਕਰਨੀ ਪੈਣੀ, ਸਿਮਰਨ ਕਰਨਾ ਪੈਣਾ, ਗੁਰੂ ਦੀ ਮੱਤ ਲੈਣੀ ਪੈਣੀ। ਫਿਰ ਇਹ ਦੁਬਿਧਾ ਸਾਡੇ ਅੰਦਰੋਂ ਖਤਮ ਹੋ ਸਕਦੀ, ਅਤੇ ਫਿਰ ਸਾਡੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਹੋ ਸਕਦੀ। ਨਹੀਂ ਤਾਂ ਇਹ ਸੰਸਾਰ ਦੇ ਵਿੱਚ ਜੋ ਆਪਾਂ ਦੇਖਦੇ ਵੀ ਜਿਉਂ-ਜਿਉਂ ਜੀਵ ਗੁਰਬਾਣੀ ਗੁਰੂ ਤੋਂ ਦੂਰ ਜਾਂਦੇ ਰਹਿਣਗੇ, ਅਤੇ ਉਹਦੇ ਉਹ ਨਾਸਤਕ ਹੁੰਦੇ ਜਾਣਗੇ, ਹੋਰ ਮਨਮੁਖ ਅਤੇ ਹੋਰ ਦੁਬਿਧਾ ਦੇ ਵਿੱਚ ਚਲੇ ਜਾਣਗੇ। ਐਸੀ ਦੁਬਿਧਾ ਦੇ ਵਿੱਚ ਫਿਰ ਜਾਣਗੇ, ਅਤੇ ਫਿਰ ਉਹ ਗਾਂਹ ਦੀ ਗਾਂਹ ਹੋਰ ਨਾਸਤਕ ਮਨਮੁਖ ਹੁੰਦੇ ਜਾਣਗੇ।
ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਆਏਗੀ ਨਹੀਂ, ਉਹਨਾਂ ਦਾ ਮਨ ਟਿਕੀ ਗਈ। ਸਬਰ ਸੰਤੋਖ ਜਤ ਸਤ ਉਹਨਾਂ ਦੇ ਅੰਦਰ ਰਹਿਣਾ ਹੀ ਕੋਈ ਨਹੀਂ। ਹੁਣ ਐਸੀ ਅਵਸਥਾ 'ਚ ਫਿਰ ਸੱਚੇ ਪਾਤਸ਼ਾਹ ਆਪਾਂ ਨੂੰ ਸਾਡੇ ਜੀਵਨ ਦੀ ਜਾਚ ਸਿਖਾਉਂਦੇ ਹੋਏ ਦੱਸਦੇ ਵੀ ਤੁਸੀਂ ਸਤਸੰਗ 'ਚ ਆਓ, ਗੁਰੂ ਦੀ ਮੱਤ ਲਓ, ਅਤੇ ਇਹ ਵੀ ਇੱਕ ਪੜ੍ਹਾਈ ਹੈ, ਬ੍ਰਹਮ ਵਿਦਿਆ ਆ, ਬ੍ਰਹਮ ਦਾ ਗਿਆਨ। ਜਿਵੇਂ ਹੁਣ ਅਸੀਂ ਸੰਸਾਰ ਦੀ ਪੜ੍ਹਾਈ ਬੱਚਿਆਂ ਨੂੰ ਪੜ੍ਹਾਉਂਦੇ ਵੀ ਉਹਨਾਂ ਦਾ ਆਉਣ ਵਾਲਾ ਸਮਾਂ ਭਵਿੱਖ ਚੰਗਾ ਹੋਵੇ, ਹੁਣ ਇਸੇ ਤਰ੍ਹਾਂ ਹੀ ਇਹ ਬ੍ਰਹਮ ਵਿਦਿਆ। ਜੇ ਅਸੀਂ ਬ੍ਰਹਮ ਦਾ ਗਿਆਨ ਬੱਚਿਆਂ ਨੂੰ ਦੇਵਾਂਗੇ ਅਤੇ ਉਹਨਾਂ ਦਾ ਆਉਣ ਵਾਲਾ ਜਿਹੜਾ ਜੀਵਨ, ਉਹਨਾਂ ਦਾ ਭਵਿੱਖ ਬਹੁਤ ਵਧੀਆ ਹੋਏਗਾ, ਬਹੁਤ ਚੰਗਾ ਹੋਏਗਾ। ਉਹਨਾਂ ਦੇ ਮਨਾਂ ਨੂੰ ਜੇ ਸ਼ਾਂਤੀ ਹੋਏਗੀ, ਸੁੱਖ ਹੋਏਗਾ, ਉਹਨਾਂ ਦਾ ਮਨ ਆਨੰਦ ਅਵਸਥਾ 'ਚ ਹੋਣਗੇ ਅਤੇ ਉਹਨਾਂ ਕੋਲ ਸਾਰਾ ਕੁਛ ਹੀ। ਜੇ ਹੁਣ ਜੀਵ ਦੇ ਮਨ ਨੂੰ ਸ਼ਾਂਤੀ ਹੋਈ ਨਹੀਂ, ਮਨ ਨੂੰ ਸੁੱਖ ਹੀ ਨਹੀਂ, ਅਤੇ ਸੰਸਾਰੀ ਜਿੰਨਾ ਮਰਜ਼ੀ ਉਹ ਇਕੱਠਾ ਕਰੀ ਫਿਰ ਉਹਨੂੰ ਕੀ ਲਾਭ, ਕੀ ਉਹਨੂੰ ਲਾਹਾ। ਜਿਵੇਂ ਸੰਸਾਰ ਵਿੱਚ ਜੀਵਾਂ ਕੋਲ ਪੈਸੇ ਦੀ ਕਮੀ ਨਹੀਂ, ਕਈਆਂ ਨੂੰ ਪਤਾ ਹੀ ਨਹੀਂ ਵੀ ਕਿੰਨਾ ਕੁ ਪੈਸਾ, ਕਰੋੜਾਂ ਅਰਬਾਂ ਕਰਬਾਂ ਇਕੱਠੇ ਕਰੀ ਬੈਠੇ, ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਪੂਰਾ ਨਹੀਂ। ਦੁਰਮਤ ਦੀ ਅਗਨ ਇੰਨੀ ਹੈ, ਦੁਬਦਾ ਇੰਨੀ ਹੈ, ਸਾਰਾ ਪਰਿਵਾਰ ਜਲਦਾ ਪਿਆ, ਸਾਰਾ ਪਰਿਵਾਰ ਦੁਖੀ ਹੈ। ਹੁਣ ਉਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਫਿਰ ਇਹੋ ਦੱਸਦਾ ਹੈ ਵੀ ਜੇ ਅਸੀਂ ਇਹ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ ਨਹੀਂ ਲਵਾਂਗੇ, ਫਿਰ ਇਹ ਕਲੇਸ਼, ਇਹ ਦੁਬਦਾ ਹੋਰ ਵੱਧਦੀ ਜਾਣੀ ਹੈ, ਘਟੇਗੀ ਨਹੀਂ। ਕਿਉਂਕਿ ਘਟਾਉਣ ਵਾਸਤੇ ਤਾਂ ਅਸੀਂ ਗਿਆਨ ਲਿਆ ਹੀ ਨਹੀਂ, ਉਹ ਕਰਮ ਤਾਂ ਕੀਤਾ ਹੀ ਨਹੀਂ ਜਿਹਦੇ ਨਾਲ ਘਟਣਾ ਹੈ। ਅਸੀਂ ਉਹ ਕਰਮ ਕਰਦੇ ਹਾਂ ਆਪਦੀ ਮੱਤ ਦੁਆਰਾ ਜਿਹਦੇ ਨਾਲ ਹੋਰ ਵਧਣਾ, ਕਲਾ ਕਲੇਸ਼ ਹੋਰ ਵਧੇਗਾ, ਹੋਰ ਦੁਬਦਾ ਵਧੇਗੀ, ਈਰਖਾ ਨਫ਼ਰਤ ਹੋਰ ਵਧੇਗੀ। ਫਿਰ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੇ ਦੁਬਦਾ ਪੈ ਗਈ ਹੈ ਅਤੇ ਤੁਸੀਂ ਖਤਮ ਕਰ ਸਕਦੇ ਹੋ ਸਿਮਰਨ ਕਰਕੇ। ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠੋ, ਸਿਮਰਨ ਕਰੋ ਅਤੇ ਸਾਰਿਆਂ ਦੀ ਇੱਕ ਮੱਤ ਹੋ ਜਾਏਗੀ। ਪਰ ਜਦੋਂ ਦੁਬਦਾ ਵੱਧ ਜਾਂਦੀ, ਤੁਸੀਂ ਆਖੋਗੇ ਪਰਿਵਾਰ ਨੂੰ ਵੀ ਇਕੱਠੇ ਹੋ ਕੇ ਆਪਾਂ ਸਿਮਰਨ ਕਰੀਏ, ਉਹ ਤੁਹਾਨੂੰ ਕਹਿਣਗੇ ਤੁਸੀਂ ਮੈਂ ਨਾ ਕਰੋ, ਤੁਸੀਂ ਕਾਹਤੋਂ ਕਰਦੇ ਹੋ, ਵਾਹਿਗੁਰੂ ਵਾਹਿਗੁਰੂ ਕਰਨਾ ਕੀ ਹੁਣ। ਤੁਸੀਂ ਉਹਨਾਂ ਨੂੰ ਆਖੋਗੇ ਵੀ ਸੰਗਤ ਕਰੋ, ਅਤੇ ਉਹ ਕਹਿਣਗੇ ਤੁਸੀਂ ਮੇਰੇ ਨਾਲ ਸੰਗਤ 'ਚ ਜਾਓ। ਉੱਥੇ ਜਾ ਕੇ ਕੀ ਕਰਨਾ, ਉਹ ਤੁਹਾਨੂੰ ਵੀ ਰੋਕਣਗੇ। ਹੁਣ ਫਿਰ ਜਿਹੜੇ ਐਸੇ ਜੀਵ, ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਫਿਰ ਇਹ ਆਪੋ ਆਪਣਾ ਵੀ ਆਪਾਂ ਕਹਿਣਾ ਜੇ ਤਾਂ ਮੰਨਣਗੇ ਤਾਂ ਠੀਕ ਹੈ, ਜੇ ਨਹੀਂ ਮੰਨਦੇ ਤਾਂ ਆਪਾਂ ਆਪਦਾ ਨਹੀਂ ਸਿਮਰਨ ਛੱਡਣਾ। ਫਿਰ ਅਸੀਂ ਆਪਦੀ ਨਹੀਂ ਸੰਗਤ ਛੱਡਣੀ, ਆਪਾਂ ਆਪਦਾ ਕੀਤੀ ਜਾਣਾ, ਚਾਹੇ ਆਪਾਂ ਨੂੰ ਚੰਗਾ ਆਖਣ, ਚਾਹੇ ਆਪਾਂ ਨੂੰ ਮੰਦਾ ਆਖਣ। ਕਿਉਂਕਿ ਜੇ ਆਪਾਂ ਆਖੀਏ ਵੀ ਜਿਨ੍ਹਾਂ ਜੀਵਾਂ ਦੇ ਅੰਦਰ ਦੁਬਦਾ ਹੈ, ਕਮਲੇ ਹੋਏ ਹੋਏ, ਵੀ ਆਪਾਂ ਨੂੰ ਚੰਗਾ ਆਖਣਗੇ, ਉਹ ਕਮਲੇ ਤੋਂ ਚੰਗੇ ਦੀ ਆਸ ਨਹੀਂ ਰੱਖੀ ਜਾ ਸਕਦੀ। ਜਿਹੜਾ ਕਮਲੇ ਤੋਂ ਚੰਗੇ ਦੀ ਆਸ ਰੱਖੇ ਅਤੇ ਉਹਦਾ ਆਪ ਕਮਲਾ ਹੀ ਹੋ ਗਿਆ ਫਿਰ, ਕਿਉਂਕਿ ਉਹ ਤੋਂ ਆਸ ਲਈ ਬੈਠਾ ਕਮਲੇ ਤੋਂ ਵੀ ਇਹ ਮੈਨੂੰ ਸੁੱਖ ਦਿਓ। ਹੁਣ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਤੁਸੀਂ ਆਪਦਾ ਜਿਹੜਾ ਗੁਣ, ਤੁਸੀਂ ਉਹ ਨਹੀਂ ਗਵਾਉਣਾ, ਚਾਹੇ ਜੀਵ ਸਾਡੀ ਨਿੰਦਿਆ ਕਰਨ, ਚਾਹੇ ਚੰਗਾ ਕਹਿਣ, ਚਾਹੇ ਮਾੜਾ ਕਹਿਣ। ਫਰਮਾਉਂਦੇ ਹਰਿ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰਿ ਜਨ ਕੀ, ਸੋ ਆਪਣਾ ਗੁਣ ਨਾ ਗਵਾਵੇ। ਬਈ ਜੇ ਕੋਈ ਨਿੰਦਿਆ ਕਰਦਾ ਵੀ ਹੈ, ਕਿਉਂਕਿ ਕਰਨਗੇ। ਹੁਣ ਆਪਾਂ ਆਖੀਏ ਵੀ ਆਪਾਂ ਹੀ ਸਿਮਰਨ ਕਰਦੇ ਹਾਂ, ਵਾਹਿਗੁਰੂ ਕਰਦੇ, ਆਪਾਂ ਕਿਹੜਾ ਕਿਸੇ ਨੂੰ ਕੁਛ ਕਹਿੰਦੇ ਵੀ ਆਪਾਂ ਨੂੰ ਸਾਰੇ ਥੋੜ੍ਹੀ ਚੰਗਾ ਸਮਝਦੇ। ਇਹ ਸਿਮਰਨ ਕਰਨਾ ਸਾਰਿਆਂ ਨੂੰ ਚੰਗਾ ਨਹੀਂ ਲੱਗਦਾ, ਹਾਲਾਂਕਿ ਆਪਾਂ ਕਿਹੜਾ ਕਿਸੇ ਨੂੰ ਕੁਛ ਕਹਿੰਦੇ। ਪਰ ਜਿਹੜੇ ਜੀਵ ਦੇ ਅੰਦਰ ਦੁਬਦਾ, ਜਿਹਦੇ ਅੰਦਰ ਕੂੜ ਭਰਿਆ ਹੋਇਆ, ਜਦੋਂ ਗੁਰਮੁਖ ਸੱਚ ਬੋਲਦੇ, ਸੱਚ ਕੀ ਹੈ ਵਾਹਿਗੁਰੂ, ਜਦੋਂ ਆਪਾਂ ਵਾਹਿਗੁਰੂ ਕਰਦੇ ਹਾਂ ਉਹਨਾਂ ਨੂੰ ਗੁੱਸਾ ਚੜ੍ਹਦਾ, ਉਹਨਾਂ ਨੂੰ ਕ੍ਰੋਧ ਆਉਂਦਾ ਵੀ ਇਹ ਕਾਹਤੋਂ ਕਰਦੇ ਨੇ, ਇਹ ਬੰਦ ਹੋਣਾ ਚਾਹੀਦਾ, ਇਹ ਕਰਨਾ ਨਹੀਂ ਚਾਹੀਦਾ ਨਾ। ਉਹਨਾਂ ਨੂੰ ਇਸ ਤਰ੍ਹਾਂ ਡੰਗ ਵੱਜਦਾ ਜਿਵੇਂ ਉਹਨਾਂ ਦੇ ਸੱਪ ਨੇ ਡੰਗ ਮਾਰਿਆ ਹੋਵੇ, ਕਿਉਂਕਿ ਉਹ ਜ਼ਹਿਰ ਚੜ੍ਹੀ ਹੋਈ, ਬਿੱਖ ਚੜ੍ਹੀ ਹੋਈ ਉਹਨਾਂ ਨੂੰ। ਮਹਾਰਾਜ ਇਸ ਲਈ ਫਰਮਾਉਂਦੇ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ।
ਬਈ ਜਿਨ੍ਹਾਂ ਦੇ ਅੰਦਰ ਕੂੜ ਹੈ ਉਹਨਾਂ ਨੂੰ ਸੱਚ ਜਿਹੜਾ ਇਹ ਸੱਚ ਭਾਉਂਦਾ ਨਹੀਂ। ਜਦੋਂ ਗੁਰਮੁਖ ਸੱਚ ਬੋਲਦੇ ਸਿਮਰਨ ਕਰਦੇ ਉਹਨਾਂ ਦੇ ਅੰਦਰ ਕੂੜ ਹੋਣ ਕਰਕੇ ਉਹ ਕੂੜ ਉਹਨਾਂ ਨੂੰ ਅੰਦਰੋਂ ਜਲਾਉਂਦਾ। ਫਿਰ ਉਹਨਾਂ ਦੀ ਅਵਸਥਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਜਿਵੇਂ ਕਾਂ ਹੈ, ਕਾਂ ਦੀ ਆਦਤ ਹੈ ਉਹਨੇ ਵੈਸਟਾ ਖਾਣਾ, ਗੰਦਗੀ ਖਾਣੀ, ਉਹਨੇ ਗੋਹੇ 'ਚ ਚੁੰਝਾਂ ਮਾਰਨੀ। ਉਹਨੂੰ ਉਹੀਓ ਹਾਲਤ ਫਿਰ ਜਿਹੜੇ ਜੀਵ ਦੇ ਅੰਦਰ ਦੁਬਦਾ ਸਤਿਗੁਰੂ ਉਹਦੀ ਦੱਸਦੇ। ਫਰਮਾਉਂਦੇ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵਈ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵਈ। ਕੁੜਿਆਰੀ ਰੱਜੇ ਕੂੜ ਜੋ ਵੈਸਟਾ ਕਾਗ ਖਾਵਈ। ਬਈ ਜਿਨ੍ਹਾਂ ਦੇ ਅੰਦਰ ਕੂੜ ਹੈ ਉਹ ਕੂੜ ਦੇ ਨਾਲ ਹੀ ਰੱਜਦੇ, ਫਿਰ ਉਹ ਕੂੜ ਹੀ ਖਾਂਦੇ। ਤੁਸੀਂ ਸਿਮਰਨ ਕਰੋਗੇ ਉਹਨਾਂ ਨੂੰ ਸਿਮਰਨ ਚੰਗਾ ਨਹੀਂ ਲੱਗਣਾ, ਉਹਨਾਂ ਨੂੰ ਨਿੰਦਿਆ ਚੁਗਲੀ ਕਰਨਾ ਚੰਗਾ ਲੱਗਦਾ, ਉਹਨਾਂ ਨੂੰ ਦੁਬਦਾ ਕਰਨੀ, ਕਿਸੇ ਦੇ ਔਗਣ ਫਰੋਲਣੇ ਉਹਨਾਂ ਨੂੰ ਉਹ ਚੰਗਾ ਲੱਗਦਾ, ਕਿਉਂਕਿ ਉਹਨਾਂ ਨੇ ਆਪਦੀ ਖੁਰਾਕ ਹੀ ਗੰਦਗੀ ਬਣਾ ਲਈ। ਉਹ ਕਾਂ ਦੇ ਨਿਆਈ ਹੋ ਗਏ ਅਤੇ ਉਹ ਬੈਸਟ ਗੰਦਗੀ ਖਾਣ ਦੇ ਆਦੀ ਹੋ ਗਏ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਲਈ ਸਮਝਾਉਂਦੇ ਵੀ ਜੇ ਤਾਂ ਉਹ ਮੰਨਦੇ ਸਿਮਰਨ ਕਰਦੇ ਅਤੇ ਫਿਰ ਤਾਂ ਉਹ ਸੁਖੀ ਹੋ ਸਕਦੀ। ਜੇ ਹੁਣ ਨਹੀਂ ਕਰਦੇ, ਨਹੀਂ ਮੰਨਦੇ, ਅਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਕਰੋ। ਜਦੋਂ ਅਸੀਂ ਆਪ ਸਿਮਰਨ ਜਾਰੀ ਰੱਖਾਂਗੇ ਅਤੇ ਆਪਾਂ ਤਾਂ ਆਪਦਾ ਕਲਾ ਕਲੇਸ਼ ਮਿਟਾ ਲਾਂਗੇ, ਆਪਦੇ ਅੰਦਰੋਂ ਆਪਾਂ ਦੁਬਦਾ ਖਤਮ ਕਰ ਲਾਂਗੇ। ਜਦੋਂ ਸਾਡੇ ਅੰਦਰੋਂ ਦੁਬਦਾ ਖਤਮ ਹੋ ਗਈ ਅਤੇ ਆਪਾਂ ਸੁਖੀ ਹੋ ਜਾਣ। ਜਦੋਂ ਸੁਖੀ ਹੋ ਗਏ ਸਾਡੇ ਬੰਧਨ ਕੱਟੇ ਜਾਣ। ਫਿਰ ਆਪਾਂ ਨੂੰ ਭੇਦ ਖੁੱਲ੍ਹਦਾ ਵੀ ਇਹ ਤਾਂ ਇੱਕ ਖੇਲ, ਵੀ ਇਹ ਤਾਂ ਸਾਡਾ ਇੱਕ ਸੰਜੋਗ ਹੈ, ਵੀ ਇਹਨਾਂ ਦੇ ਵਿੱਚੋਂ ਕਿਸੇ ਨੇ ਸਾਡਾ ਅੱਗੇ ਸੰਗੀ ਸਾਥੀ ਤਾਂ ਬਣਨਾ ਨਹੀਂ, ਕਿਸੇ ਨੇ ਨਾਲ ਤਾਂ ਜਾਣਾ ਨਹੀਂ ਆਪਣੇ। ਫਿਰ ਆਪਣਾ ਉਹਨਾਂ ਦੇ ਨਾਲ ਬਹੁਤਾ ਲਗਾਓ ਨਹੀਂ ਰਹਿੰਦਾ, ਮੋਹ ਨਹੀਂ ਰਹਿੰਦਾ। ਫਿਰ ਉਹੀਓ ਮੋਹ ਪਿਆਰ ਸਾਡਾ ਪਰਮਾਤਮਾ ਨਾਲ ਪੈ ਜਾਂਦਾ। ਬਈ ਜਿਹਨੇ ਸਾਡਾ ਕਦੇ ਸਾਥ ਨਹੀਂ ਛੱਡਣ, ਜਿਹੜਾ ਇਸ ਲੋਕ ਦੇ ਵਿੱਚ ਵੀ ਸਦਾ ਸਾਡੇ ਅੰਗ ਸੰਗ ਹੈ, ਅਤੇ ਜਦੋਂ ਅਸੀਂ ਇੱਥੋਂ ਜਾਵਾਂਗੇ ਉੱਥੇ ਵੀ ਸਾਡੇ ਨਾਲ ਹੋਏਗਾ, ਉੱਥੇ ਵੀ ਸਾਡਾ ਸਾਥ ਨਹੀਂ ਛੱਡੇਗਾ। ਫਿਰ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਿਹੜੇ ਪਰਮਾਤਮਾ ਨੂੰ ਧਿਆਉਂਦੇ ਉਹਨਾਂ ਦੇ ਅੰਦਰੋਂ ਦੁਬਦਾ ਵੀ ਖਤਮ ਹੋ ਜਾਂਦੀ ਅਤੇ ਉਹਨਾਂ ਦੇ ਜਿਹੜੇ ਬੰਧਨ ਨੇ ਬੰਧਨ ਵੀ ਟੁੱਟ ਜਾਂਦੇ। ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋੜੇ। ਬਈ ਅਸੀਂ ਫਿਰ ਜਿਉਂਦੇ ਜੀ ਇਹਨਾਂ ਬੰਧਨਾਂ ਨੂੰ ਤੋੜ ਦਿੰਦੇ ਹਾਂ। ਬੰਧਨ ਕੀ ਬਣ ਜਾਂਦੇ ਸਾਡੇ ਮਨ ਦੇ, ਇਹ ਸਾਰਾ ਕੁਝ ਸਾਡਾ ਬੰਧਨ ਬਣ ਜਾਂਦਾ ਜਦੋਂ ਅਸੀਂ ਅਗਿਆਨਤਾ ਵਸ ਹੋ ਕੇ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਇਹ ਸਭ ਸਾਡੇ ਮਨ ਦੇ ਬੰਧਨ ਬਣ ਗਏ। ਮਹਾਰਾਜ ਕਹਿੰਦੇ ਬੰਧਨ ਮਾਤ ਪਿਤਾ ਸੁਤ ਬਨੀਤਾ, ਬੰਧਨ ਕਰਮ ਧਰਮ ਹੋਂ ਕਰਤਾ। ਵੀ ਇਧਰ ਬੰਧਨਾਂ 'ਚ ਹੀ ਜੀ ਪਿਆ ਹੋਇਆ, ਦਿਨ ਰਾਤ ਕਰਮ ਕਰਦਾ ਅਤੇ ਇਹ ਸਾਰੇ ਬੰਧਨ ਬਣ ਗਏ ਮਨ 'ਚ। ਹੁਣ ਇਹਨਾਂ ਬੰਧਨਾਂ 'ਚ ਬੱਝਿਆ ਹੋਇਆ ਦੁਖੀ ਹੋ ਰਿਹਾ। ਹੁਣ ਦੇਖੋ ਵੀ ਜਦੋਂ ਆਪਾਂ ਬੰਧਨਾਂ 'ਚ ਬੱਝੇ ਹੁੰਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਉਹ ਆਪਣਾ ਕਹਿਣਾ ਨਹੀਂ ਮੰਨਦੇ, ਫਿਰ ਆਪਾਂ ਹੋਰ ਦੁਖੀ ਹੁੰਦੇ ਹਾਂ, ਕਿਉਂਕਿ ਅਸੀਂ ਬੰਧਨਾਂ 'ਚ ਬੱਝੇ ਹੋਏ ਹਾਂ ਤਾਂ ਅਸੀਂ ਦੁਖੀ ਹੁੰਦੇ। ਜੇ ਆਪਾਂ ਇਹਨਾਂ ਬੰਧਨਾਂ ਨੂੰ ਕੱਟ ਲਈਏ ਫਿਰ ਆਪਾਂ ਨੂੰ ਭੇਦ ਆ ਜਾਂਦਾ ਵੀ ਆਪੋ ਆਪਣਾ ਖੇਲ ਹੈ। ਜੇ ਮੰਨਣਗੇ ਤਾਂ ਇਹਨਾਂ ਨੇ ਸੁਖੀ ਹੋਣਾ, ਇਹਨਾਂ ਦੇ ਮਨ ਨੂੰ ਹੀ ਸ਼ਾਂਤੀ ਆਉਣੀ, ਇਹਨਾਂ ਦੇ ਅੰਦਰੋਂ ਹੀ ਦੁਬਦਾ ਖਤਮ ਹੋਣੀ। ਅਤੇ ਜੇ ਹੁਣ ਨਹੀਂ ਮੰਨਦੇ ਅਤੇ ਫਿਰ ਅਸੀਂ ਕਾਹਤੋਂ ਦੁਖੀ ਹੋਈ। ਫਿਰ ਆਪਾਂ ਜਿਹੜਾ ਮਨ ਹੈ ਉਹ ਦੁਖੀ ਨਹੀਂ ਹੋਏਗਾ, ਫਿਰ ਇਹ ਗਿਆਨ ਦੁਆਰਾ ਰੁਕ ਜਾਂਦਾ। ਇਹ ਜੋ ਸਤਿਗੁਰੂ ਆਪਾਂ ਨੂੰ ਬ੍ਰਹਮ ਦਾ ਗਿਆਨ ਦੇ ਰਹੇ, ਇਹ ਐਸਾ ਗਿਆਨ ਹੈ ਜੇ ਸਾਡੇ ਹਿਰਦੇ 'ਚ ਵਸ ਜੇਗਾ, ਫਿਰ ਜਿਹੜਾ ਅਸੀਂ ਦੁੱਖਾਂ 'ਚ ਜਾਂਦੇ ਹਾਂ, ਫਿਰ ਇਹ ਦੁੱਖਾਂ 'ਚੋਂ ਜਾਣ ਤੋਂ ਸਾਨੂੰ ਗਿਆਨ ਹੈ ਜਿਹੜਾ ਗਿਆਨ ਰੋਕ ਲੈਂਦਾ।
ਗਿਆਨ ਦਾ ਵੱਧਦਾ ਹੋਇਆ ਮਨ ਇਹ ਦੁੱਖਾਂ ਦੇ ਵਿੱਚ, ਦੁਵਿਧਾ ਦੇ ਵਿੱਚ ਜਾਣ ਤੋਂ ਰੁਕ ਜਾਂਦਾ। ਤੇ ਮਹਾਰਾਜ ਇਸ ਲਈ ਸਾਨੂੰ ਉਦਾਹਰਨ ਦਿੰਦੇ ਵੀ ਜਿਵੇਂ ਕੁੰਭ ਹੈ ਘੜਾ, ਉਹਦੇ ਵਿੱਚ ਆਪਾਂ ਪਾਣੀ ਰੋਕ ਲੈਂਦੇ, ਕੱਢ ਜਾਂਦਾ। ਇਸੇ ਤਰ੍ਹਾਂ ਹੀ ਗਿਆਨ ਦਾ ਵੱਧਦਾ ਹੋਇਆ ਸਾਡਾ ਮਨ ਰੁਕਦਾ, ਤੇ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ। ਮਹਾਰਾਜ ਫਰਮਾਉਂਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਜੇ ਅਸੀਂ ਗਿਆਨ ਦੁਆਰਾ ਇਹਨੂੰ ਬੰਨ੍ਹਿਆ ਹੋਏਗਾ ਤਾਂ ਇਹ ਦੁਵਿਧਾ 'ਚ ਨਹੀਂ ਜਾਏਗਾ, ਇਹ ਸਹਿੰਸੇ ਫਿਕਰਾਂ, ਇਹ ਚਿੰਤਾ 'ਚ ਨਹੀਂ ਜਾਏਗਾ, ਇਹ ਈਰਖਾ ਨਫ਼ਰਤ 'ਚ ਨਹੀਂ ਜਾਏਗਾ, ਕਿਉਂਕਿ ਗਿਆਨ ਇਹਨੂੰ ਰੋਕ ਲਏਗਾ। ਗਿਆਨ ਦੁਆਰਾ ਇਹਨੂੰ ਅਸੀਂ ਬੰਨ੍ਹਾਂਗੇ। ਜੇ ਹੁਣ ਸਾਨੂੰ ਗਿਆਨ ਨਹੀਂ, ਫਿਰ ਇਹ ਰੁਕਣਾ ਨਹੀਂ, ਫਿਰ ਇਹ ਦੁਵਿਧਾ ਦਾ ਕੋਈ ਅੰਤ ਹੀ ਨਹੀਂ, ਫਿਰ ਇਹ ਗਾਂਹ ਦੀ ਗਾਂਹ ਹੋਰ ਤੋਂ ਹੋਰ ਵੱਧਦੀ ਜਾਂਦੀ ਉੱਤੇ ਦੀ ਉੱਤੇ। ਫਿਰ ਇਹ ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਇਹ ਵੱਧਦੀਆਂ ਜਾਂਦੀਆਂ, ਖਤਮ ਨਹੀਂ ਹੁੰਦੀਆਂ, ਫਿਰ ਗਾਂਹ ਦੀ ਗਾਂਹ ਹੋਰ ਤੇ ਹੋਰ, ਅੱਗੇ ਦੀ ਅੱਗੇ ਵੱਧਦੀ ਜਾਂਦੀ। ਮਹਾਰਾਜ ਇਸ ਲਈ ਫਿਰ ਦੱਸਦੇ ਵੀ ਇਹ ਕਿਉਂ ਨਹੀਂ ਜੀਵ ਦੀ ਆਸ਼ਾ ਰੁਕਦੀ, ਕਿਉਂ ਨਹੀਂ ਅਭਿਲਾਸ਼ਾ ਖਤਮ ਹੁੰਦੀ, ਕਿਉਂਕਿ ਇਹਨੂੰ ਗਿਆਨ ਨਹੀਂ ਹੈ। ਗਿਆਨ ਤੋਂ ਬਿਨਾਂ ਇਹਨੇ ਮਰਨੇ ਰੁਕਣਾ ਨਹੀਂ ਹੈ। ਤਾਈਓ ਸਤਿਗੁਰੂ ਜਿਹੜੇ ਜੀਵਾਂ ਨੇ ਨਹੀਂ ਭੇਦ ਲਿਆ, ਨਹੀਂ ਗਿਆਨ ਲਿਆ, ਉਹਨਾਂ ਦੀ ਫਿਰ ਅਵਸਥਾ ਦੱਸਦੇ। ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ, ਨਾਨਕ ਆਸਾਂ ਪੂਰੀਆਂ ਸੱਚੇ ਸਿਉਂ ਲਿਵ ਲਾਈ। ਵੀ ਇਹ ਸੰਸਾਰ ਦੇ ਵਿੱਚ ਜੀਵ ਆਸਾ 'ਚ ਹੀ ਜੰਮਦਾ ਅਤੇ ਆਸਾ 'ਚ ਹੀ ਮਰ ਜਾਂਦਾ, ਉਹਦੀ ਆਸ ਖਤਮ ਹੀ ਨਹੀਂ ਹੁੰਦੀ। ਜਿਨ੍ਹਾਂ ਗੁਰਮੁਖਾਂ ਨੇ ਸੱਚ ਦੇ ਨਾਲ ਚਿੱਤ ਲਾ ਲਿਆ ਪਰਮਾਤਮਾ ਦੇ, ਉਹਨਾਂ ਦੀਆਂ ਆਸਾਂ ਸਾਰੀਆਂ ਪੂਰੀਆਂ ਹੋ ਜਾਂਦੀਆਂ। ਪੂਰੀਆਂ ਕਿਵੇਂ? ਉਹਨਾਂ ਦੀ ਸੰਸਾਰ ਦੀ ਕੋਈ ਆਸਾ ਰਹਿੰਦੀ ਹੋਈ, ਪਰਮਾਤਮਾ ਨੂੰ ਮਿਲ ਕੇ ਸਾਡੀ ਹੋਰ ਕੋਈ ਆਸ ਰਹਿੰਦੀ ਹੋਈ ਨਹੀਂ, ਸਭ ਆਸਾਂ ਖਤਮ ਹੋ ਜਾਂਦੀ। ਮਹਾਰਾਜ ਇਸ ਲਈ ਫਿਰ ਕਹਿੰਦੇ ਵੀ ਸੰਸਾਰ 'ਚ ਤਾਂ ਜੀਵ ਦੀ ਆਸ਼ਾ ਵਿਲਾਸ਼ਾ ਤ੍ਰਿਸ਼ਨਾ ਮੁੱਕਦੀ ਨਹੀਂ। ਇਹ ਆਸਾ 'ਚ ਹੀ ਜੰਮਦਾ, ਆਸਾ 'ਚ ਹੀ ਮਰ ਜਾਂਦਾ, ਅਤੇ ਆਸਾ ਦੇ ਵਿੱਚ ਹੀ ਫਿਰ ਜੂਨਾਂ 'ਚ ਫਿਰਦਾ। ਸਤਿਗੁਰੂ ਕਹਿੰਦੇ ਆਸਾ ਅੰਦਰ ਜੰਮੇ ਆ, ਆਸਾ ਰਸ ਕਾ ਸਿਖਾਏ, ਆਸਾ ਬੰਧ ਚਲਾਈਏ, ਮੂੰਹੇ ਮੂੰਹ ਚੋਟਾਂ ਖਾਈ। ਵੀ ਇਹਨੂੰ ਵਾਰ-ਵਾਰ ਚੋਟਾਂ ਪੈਂਦੀਆਂ, ਜਮਾਂ ਦੀ ਮਾਰ ਸਹਿਣੀ ਪੈਂਦੀ, ਕਿਉਂਕਿ ਇਹਦੀ ਮੁੱਕਦੀ ਨਹੀਂ ਇਹ ਆਸ। ਔਰ ਇਸ ਵਾਸਤੇ ਕਹਿੰਦੇ ਕਿਉਂ ਨਹੀਂ ਮੁੱਕਦੀ? ਕਿਉਂਕਿ ਇਹਨੇ ਗਿਆਨ ਨਹੀਂ ਲਿਆ, ਇਹਨੇ ਗੁਰੂ ਦੀ ਮੱਤ ਨਹੀਂ ਲਈ, ਇਹਨੇ ਸੋਝੀ ਨਹੀਂ ਲਈ, ਗਿਆਨ ਦਾ ਇਹਨੂੰ ਮਨ ਨੂੰ ਰੱਸਾ ਨਹੀਂ ਪਾਇਆ, ਤਾਂ ਕਰਕੇ ਮਨ ਰੁਕਦਾ ਨਹੀਂ। ਹੁਣ ਜੇ ਅਸੀਂ ਇਹ ਗਿਆਨ ਨੂੰ ਹਿਰਦੇ 'ਚ ਵਸਾਵਾਂਗੇ, ਦ੍ਰਿੜ ਕਰਾਂਗੇ, ਤਾਂ ਮਨ ਰੁਕ ਜੇਗਾ। ਮਹਾਰਾਜ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ, ਫਿਰ ਇਹ ਸਾਨੂੰ ਜਿਹੜਾ ਗਿਆਨ ਹੈ, ਗਿਆਨ ਦ੍ਰਿੜ ਹੁੰਦਾ। ਦ੍ਰਿੜ ਦਾ ਭਾਵ ਹੁੰਦਾ ਵੀ ਸਾਡੇ ਅੰਦਰ ਪੱਕਾ ਹੋ ਜੇ। ਮਹਾਰਾਜ ਫਰਮਾਉਂਦੇ ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ। ਵੀ ਜਦੋਂ ਸਾਨੂੰ ਸਤ ਸੰਗਤ ਮਿਲਦੀ, ਸਾਨੂੰ ਗਿਆਨ ਦ੍ਰਿੜ ਹੁੰਦਾ। ਜਦੋਂ ਸਾਨੂੰ ਦ੍ਰਿੜ ਹੋ ਜਾਏਗਾ, ਸਾਡੇ ਅੰਦਰ ਵਸ ਜਾਏਗਾ, ਅਤੇ ਸਾਨੂੰ ਭੁੱਲੇਗਾ ਹੀ। ਫਿਰ ਜੇ ਸਾਡਾ ਮਨ ਆਸ਼ਾ ਵਿਲਾਸ਼ਾ 'ਚ ਜਾਣ ਲੱਗੇਗਾ, ਅਤੇ ਉਹ ਗਿਆਨ ਅੱਗੇ ਆ ਜਾਏਗਾ, ਅਤੇ ਗਿਆਨ ਰੋਕ ਲਏਗਾ, ਮਨ ਰੁਕ ਜਾਏਗਾ। ਜੇ ਦੁਵਿਧਾ 'ਚ ਜਾਣ ਲੱਗੇਗਾ, ਅਤੇ ਉਹ ਗਿਆਨ ਅੱਗੇ ਆ ਜਾਏਗਾ, ਅਤੇ ਉਹ ਗਿਆਨ ਦੁਬਾਰਾ ਰੁਕ ਜਾਏਗਾ। ਬਈ ਜਦੋਂ ਅਸੀਂ ਕਿਸੇ ਨਾਲ ਦੁਵਿਧਾ ਕਰਾਂਗੇ, ਅਤੇ ਮਹਾਰਾਜ ਕਹਿੰਦੇ ਵੀ ਸਜ਼ਾ ਮਿਲੇਗੀ। ਉਹ ਜਦੋਂ ਗਿਆਨ ਅੱਗੇ ਆ ਜਾਂਦਾ ਵੀ ਅਸੀਂ ਸਜ਼ਾ ਲੈਣੀ ਨਹੀਂ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਸਜ਼ਾ ਮਿਲੇ, ਅਸੀਂ ਦੁਖੀ ਹੋਈਏ, ਅਸੀਂ ਅਸ਼ਾਂਤ ਹੋਈਏ। ਅਤੇ ਇਸ ਲਈ ਮਹਾਰਾਜ ਕਹਿੰਦੇ ਜਿਸ ਨਰ ਕੀ ਦੁਵਿਧਾ ਨਾ ਜਾਏ, ਧਰਮ ਰਾਏ ਤਿਸ ਦੇਹ ਸਜਾਏ। ਬਈ ਜਿਹਦੇ ਅੰਦਰੋਂ ਇਹ ਦੁਵਿਧਾ ਨਹੀਂ ਜਾਂਦੀ, ਉਹਨੂੰ ਧਰਮ ਰਾਏ ਤੋਂ ਸਜ਼ਾ ਮਿਲਦੀ। ਅਤੇ ਆਪਾਂ ਨਹੀਂ ਚਾਹੁੰਦੇ ਵੀ ਸਾਨੂੰ ਸਜ਼ਾ ਮਿਲੇ। ਉਹ ਗਿਆਨ ਅੱਗੇ ਆ ਗਿਆ, ਅਤੇ ਉਹ ਦੁਵਿਧਾ ਤੋਂ ਮਨ ਰੁਕ ਜੇ। ਜੇ ਕਿਸੇ ਦੀ ਨਿੰਦਿਆ ਕਰਨ ਲੱਗਾਂਗੇ ਜਾਂ ਸੁਣਨ ਲੱਗਾਂਗੇ, ਅਤੇ ਉਹ ਅੱਗੇ ਗਿਆਨ ਆ ਜਾਏਗਾ। ਵੀ ਜੇ ਅਸੀਂ ਕਿਸੇ ਦੀ ਨਿੰਦਿਆ ਕਰਾਂਗੇ ਜਾਂ ਸੁਣਾਂਗੇ, ਸਾਨੂੰ ਸਜ਼ਾ ਮਿਲਣੀ, ਸਾਡਾ ਮੁੱਖ ਕਾਲਾ ਹੋਣਾ,
ਸਾਨੂੰ ਨਰਕਾਂ 'ਚ ਸੁੱਟਿਆ ਜਾਣਾ। ਹੁਣ ਜਿਹੜਾ ਸਿਆਣਾ ਜੀਵ ਉਹ ਨਹੀਂ ਚਾਹੁੰਦਾ ਵੀ ਮੇਰਾ ਮੂੰਹ ਕਾਲਾ ਹੋਵੇ, ਮੈਨੂੰ ਬੇਇੱਜ਼ਤ ਕੀਤਾ ਜਾਵੇ। ਜਿਵੇਂ ਸੰਸਾਰ ਦੇ ਵਿੱਚ ਕੋਈ ਵੀ ਜਿਹੜਾ ਸਿਆਣਾ ਜੀਵ ਉਹ ਨਹੀਂ ਚਾਹੁੰਦਾ ਵੀ ਮੇਰਾ ਮੂੰਹ ਕਾਲਾ ਕਰਕੇ ਵੀ ਮੇਰੀ ਜਿਹੜੀ ਬੇਇੱਜ਼ਤੀ ਕੀਤੀ ਜਾਵੇ ਜਾਂ ਮੈਨੂੰ ਸਜ਼ਾ ਦਿੱਤੀ ਜਾਵੇ। ਹੁਣ ਇਸੇ ਤਰ੍ਹਾਂ ਹੀ ਜਿਹੜਾ ਸਿਆਣਾ ਜੀਵ ਜਿਹਨੂੰ ਗਿਆਨ ਹੋ ਗਿਆ, ਸੋਝੀ ਆ ਗਈ, ਉਹ ਨਹੀਂ ਚਾਹੁੰਦਾ ਵੀ ਮੇਰਾ ਮੂੰਹ ਕਾਲਾ ਹੋਵੇ, ਮੈਨੂੰ ਦਰਗਾਹ 'ਚ ਸਜ਼ਾ ਮਿਲੇ। ਉਹ ਫਿਰ ਇਸ ਕਰਮ ਤੋਂ ਪਰਹੇਜ਼ ਕਰਦਾ, ਉਹ ਰਹਿਤ ਰੱਖਦਾ, ਕਿਉਂਕਿ ਉਹ ਗਿਆਨ ਅੱਗੇ ਆ ਜਾਂਦਾ। ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਪਵਨ। ਜਿਹੜੇ ਨਿੰਦਾ ਕਰਦੇ ਮਹਾਰਾਜ ਕਹਿੰਦੇ ਮਨਮੁਖ ਨੇ, ਮੂਰਖ ਨੇ, ਇਹਨਾਂ ਨੂੰ ਸਜ਼ਾ ਮਿਲਣੀ। ਹੁਣ ਇਸ ਵਾਸਤੇ ਫਿਰ ਇਹ ਜਿਹੜਾ ਗਿਆਨ ਹੈ ਸਾਡੇ ਮਨ ਨੂੰ ਰੋਕਦਾ। ਜੇ ਹੁਣ ਗਿਆਨ ਨਹੀਂ ਤਾਂ ਜੀਵ ਰੁਕੇ ਕਾਹਦੇ ਨਾਲ? ਜਿਵੇਂ ਹੁਣ ਸੰਸਾਰ 'ਚ ਜੀਵ ਕਹਿੰਦਾ ਵੀ ਸਾਡੇ ਬੱਚੇ ਸਾਡੇ ਕਹਿਣੇ ਵਿੱਚ ਚੱਲਣ, ਜੋ ਅਸੀਂ ਕਹਿੰਦੇ ਹਾਂ ਸਾਡੇ ਆਗਿਆਕਾਰੀ ਹੋਣ, ਮੰਨਣ। ਹੁਣ ਉਹਨਾਂ ਨੂੰ ਆਗਿਆਕਾਰੀ ਬਣਾਉਣ ਵਾਸਤੇ ਬੱਚਿਆਂ ਨੂੰ ਜੇ ਅਸੀਂ ਉਹਨਾਂ ਨੂੰ ਗਿਆਨ ਦੇਵਾਂਗੇ, ਜੇ ਉਹਨਾਂ ਨੂੰ ਸਤਸੰਗਤ ਕਰਾਵਾਂਗੇ, ਸਿਮਰਨ ਕਰਾਵਾਂਗੇ, ਤਾਂ ਫਿਰ ਹੀ ਉਹ ਆਗਿਆਕਾਰੀ ਹੋਣਗੇ। ਜੇ ਉਹਨਾਂ ਨੂੰ ਗਿਆਨ ਹੋਏਗਾ, ਗਿਆਨ ਦੁਬਾਰਾ ਹੀ ਉਹ ਰੁਕਣਗੇ। ਜੇ ਹੁਣ ਉਹਨਾਂ ਨੂੰ ਗਿਆਨ ਹੀ ਨਹੀਂ ਵੀ ਕਿਸੇ ਨਾਲ ਦੁਵਿਧਾ ਨਹੀਂ ਕਰਨੀ, ਦੁਵਿਧਾ ਤਾਂ ਜਿਹੜੇ ਜੀਵਾਂ ਦੇ ਅੰਦਰ ਆਪਦੇ ਉਹ ਆਪ ਹੀ ਸਿਖਾਈ ਜਾਂਦੇ ਬੱਚਿਆਂ ਨੂੰ। ਮਾਤਾ ਪਿਤਾ ਸਾਡੇ ਗੁਰੂ ਹੁੰਦੇ। ਜਦੋਂ ਅਸੀਂ ਇਸ ਲੋਕ 'ਚ ਆਉਂਦੇ ਹਾਂ, ਸਭ ਤੋਂ ਪਹਿਲਾਂ ਸਾਡੀ ਮਾਂ ਗੁਰੂ ਹੈ, ਫਿਰ ਪਿਤਾ ਗੁਰੂ, ਫਿਰ ਜਿਨ੍ਹਾਂ ਨੇ ਆਪਾਂ ਨੂੰ ਸੰਸਾਰੀ ਪੜ੍ਹਾਈ ਕਰਾਉਣੀ ਉਹ ਟੀਚਰ, ਉਹ ਸਾਡੇ ਗੁਰੂ। ਫਿਰ ਸਾਨੂੰ ਅਧਿਆਤਮਿਕ ਗੁਰੂ ਦੀ ਲੋੜ ਪੈਂਦੀ, ਜਿਹਨੇ ਸਾਨੂੰ ਬ੍ਰਹਮ ਦਾ ਗਿਆਨ ਦੇਣਾ, ਬ੍ਰਹਮ ਵਿਦਿਆ ਜਿਨ੍ਹਾਂ ਨੇ ਸਾਨੂੰ ਦੇਣੀ। ਹੁਣ ਜੇ ਮਾਤਾ ਆਪ ਹੀ ਮਨਮੁਖ, ਜੇ ਉਹ ਸੰਗਤ ਨਹੀਂ ਕਰਦੀ, ਨਹੀਂ ਸਿਮਰਨ ਕਰਦੀ, ਉਹਨੇ ਸ਼ੁਰੂ ਤੋਂ ਹੀ ਬੱਚੇ ਨੂੰ ਦੁਵਿਧਾ ਸਿਖਾਉਣੀ ਸ਼ੁਰੂ ਕਰਦੇ, ਤੇਰ ਮੇਰ ਉਹਦੇ ਅੰਦਰ ਭਰਨੀ ਸ਼ੁਰੂ ਕਰਦੇ ਨੇ ਵੀ ਆਹ ਤੇਰੀ ਚੀਜ਼ ਹੈ, ਆ ਕਿਸੇ ਨੂੰ ਹੋਰ ਨਹੀਂ ਦੇਣੀ, ਤੂੰ ਇਹਨਾਂ ਦੇ ਘਰੇ ਜਾਣਾ, ਇਹਨਾਂ ਦੇ ਜਾਣਾ ਨਹੀਂ, ਇਹ ਤੈਨੂੰ ਕੁਛ ਕਰਨਾ ਦੇਣ, ਇਹ ਤੈਨੂੰ ਕੁਛ ਖਵਾ ਨਾ ਦੇਣ। ਜਾਣੀ ਦੀ ਸ਼ੁਰੂ ਤੋਂ ਹੀ ਬੱਚੇ ਦੇ ਅੰਦਰ ਦੁਵਿਧਾ ਜਿਹੜੀ ਉਹ ਕੁੱਟ-ਕੁੱਟ ਕੇ ਐਸੀ ਭਰਦੇ ਨੇ, ਫਿਰ ਉਹ ਵੱਡਾ ਹੋ ਕੇ ਉਹਨਾਂ ਦੇ ਨਾਲ ਹੀ ਦੁਵਿਧਾ ਕਰਦਾ, ਫਿਰ ਉਹਨਾਂ ਨੂੰ ਹੀ ਉਹ ਫਿੱਕੇ ਬੋਲ ਬੋਲਦਾ, ਉਹਨਾਂ ਨੂੰ ਹੀ ਮਾੜਾ ਬੋਲਦਾ। ਫਿਰ ਉਹ ਮਾਤਾ ਪਿਤਾ ਦੁਖੀ ਹੁੰਦੇ ਆਪਦੀ ਔਲਾਦ ਵੀ ਇਹਦੋਂ ਦਾ ਨਾ ਹੀ ਜੰਮਦੀ, ਵੀ ਇਹਦੋਂ ਦਾ ਇਹੋ ਜਿਹਾ ਨਾ ਹੀ ਹੁੰਦਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਰਾ ਕੁਝ ਅਸੀਂ ਖੁਦ ਹੀ ਸਿਖਾਇਆ, ਕਿਸੇ ਹੋਰ ਨੇ ਨਹੀਂ ਸਿਖਾਇਆ। ਸਾਡੇ ਖੁਦ ਅੰਦਰ ਦੁਵਿਧਾ ਸੀ, ਸਾਡੇ ਅੰਦਰ ਖੁਦ ਵੈਰ ਵਿਰੋਧ ਸੀ, ਇਸ ਕਰਕੇ ਅਸੀਂ ਉਹਨੂੰ ਇਹ ਸਿਖਾ ਦਿੱਤਾ। ਕਿਉਂਕਿ ਜਿਹੜਾ ਬੱਚਾ, ਉਹਨੂੰ ਨਹੀਂ ਪਤਾ, ਉਹ ਸਿਖਿਆਰਥੀ, ਉਹਨੇ ਸਿੱਖਣਾ, ਉਹਨੂੰ ਨਹੀਂ ਭੇਦ ਵੀ ਜਿਹੜਾ ਮੇਰਾ ਇਹ ਮਾਂ ਪਿਓ ਕਰਦੇ ਵੀ ਇਹ ਚੰਗਾ ਕਿ ਜਾਂ ਮਾੜਾ। ਉਹਨੇ ਤਾਂ ਸਿਰਫ ਉਹ ਦੇਖ ਕੇ ਸਿੱਖੀ ਜਾਣਾ। ਜੇ ਹੁਣ ਮਾਂ ਪਿਓ ਆਪਸ ਵਿੱਚ ਲੜਦੇ ਨੇ, ਉਹ ਆਪਸ ਵਿੱਚ ਇੱਕ ਦੂਸਰੇ ਨੂੰ ਫਿੱਕੇ ਬੋਲ ਬੋਲਦੇ, ਮੰਦਾ ਬੋਲਦੇ, ਅਤੇ ਉਹ ਬੱਚੇ ਨੇ ਉਹੀ ਸਿੱਖਣਾ ਵੀ ਇਹ ਚੰਗਾ ਕੰਮ ਹੈ। ਜਿਹੜੇ ਮਾਤਾ ਪਿਤਾ ਮੇਰੇ ਕਰਦੇ ਵੀ ਇਹ ਚੰਗਾ ਹੀ ਹੈ, ਮਾੜਾ ਤਾਂ ਕਰਨਗੇ ਨਹੀਂ। ਉਹ ਫਿਰ ਉਹ ਸਾਰਾ ਕੁਛ ਉਹਨਾਂ ਤੋਂ ਹੀ ਸਿੱਖਦਾ। ਜਦੋਂ ਸਿੱਖ ਕੇ ਫਿਰ ਉਹਦੇ ਅੰਦਰ ਉਹ ਚੀਜ਼ ਦ੍ਰਿੜ ਹੋ ਜਾਂਦੀ, ਫਿਰ ਉਹ ਉਹਨਾਂ ਦੇ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੰਦਾ, ਫਿਰ ਉਹ ਦੁਖੀ ਹੁੰਦੀ। ਸੋ ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਜੇ ਮਾਤਾ ਪਿਤਾ ਆਪ ਸੰਗਤ ਕਰਦੇ ਹੋਣ, ਜੇ ਉਹਨਾਂ ਨੂੰ ਆਪ ਸੋਝੀ ਹੋਵੇ, ਆਪ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੋਵੇ, ਫਿਰ ਉਹ ਬੱਚੇ ਨੂੰ ਵੀ ਉਵੇਂ ਹੀ ਸਿਖਾਉਣਗੇ ਅੱਗੇ। ਫਿਰ ਜੋ ਅਸੀਂ ਸਿਖਾਇਆ, ਜਿਹੜੀ ਚੀਜ਼ ਉਹਦੇ ਅੰਦਰ ਦ੍ਰਿੜ ਹੋ ਗਈ, ਉਹੀਓ ਬਾਹਰ ਨਿਕਲਣੀ ਹੈ, ਅੰਦਰੋਂ ਹੀ ਬਾਹਰ ਆਉਂਦਾ ਸਾਰਾ ਕੁਛ। ਜਿਹੜੀ ਚੀਜ਼ ਸਾਡੇ ਅੰਦਰ ਦ੍ਰਿੜ ਹੋਈ, ਸਾਡੇ ਅੰਦਰ ਵਸੀ ਹੋਈ, ਉਹ ਕਿਸੇ ਤੋਂ ਛੁਪਾਇਆ ਛੁਪਦੀ ਨਹੀਂ, ਉਹ ਮੁੱਖ ਰਾਹੀਂ ਸਾਡੇ ਬਾਹਰ ਨਿਕਲ ਆਉਂਦੀ।
ਮਾਰੇ ਦਾਈਆਂ ਫਰਮਾਉਂਦੇ ਅੰਤਰ ਹੋਏ ਸੋ ਨਿਕਲੇ ਨਾ ਛਪੇ ਛਪਾਇਆ। ਵੀ ਜਿਹੜੀ ਚੀਜ਼ ਸਾਡੇ ਅੰਦਰ ਵਸ ਗਈ ਉਹ ਮੁੱਖ ਰਾਹੀਂ ਬਾਹਰ ਨਿਕਲਣੀ, ਉਹ ਛਪਾਇਆ ਛੁਪਣੀ ਨਹੀਂ। ਹੁਣ ਜੇ ਸਾਡੇ ਅੰਦਰ ਦੁਬਦਾ ਹੈ, ਵੈਰ ਵਿਰੋਧ ਹੈ, ਤੇ ਉਹ ਮੁੱਖ ਰਾਹੀਂ ਉਹੀਓ ਨਿਕਲੇਗਾ ਬਾਹਰ। ਉਹ ਫਿਰ ਦੁਬਦਾ ਦੇ ਬੋਲ ਬੋਲੇਗਾ, ਉਹ ਫਿੱਕੇ ਬੋਲ ਬੋਲੇਗਾ। ਅਤੇ ਜਦੋਂ ਫਿੱਕੇ ਬੋਲ ਬੋਲੇਗਾ ਤਾਂ ਉਹ ਫਿਰ ਦੁਖੀ ਹੋਣਗੇ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਸਿਖਾਇਆ, ਵੀ ਇਹ ਕੂੜ ਕਿਸੇ ਹੋਰ ਨੇ ਨਹੀਂ, ਅਸੀਂ ਭਰਿਆ ਇਹਦੇ ਅੰਦਰ। ਹੁਣ ਜਿਹੜੀ ਚੀਜ਼ ਅੰਦਰ ਭਰੀ ਹੈ ਅਤੇ ਉਹ ਮੁੱਖ ਰਾਹੀਂ ਬਾਹਰ ਨਿਕਲਦੀ ਹੁਣ, ਅਤੇ ਫਿਰ ਉਹ ਦੁਖੀ ਹੁੰਦੇ ਆ, ਸ਼ਾਂਤ ਹੁੰਦੇ। ਇਸ ਵਾਸਤੇ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਖੁਦ ਸਤ ਸੰਗਤ ਕਰਾਂਗੇ, ਅਸੀਂ ਬ੍ਰਹਮ ਦਾ ਗਿਆਨ ਲਵਾਂਗੇ, ਅਤੇ ਫਿਰ ਆਉਣ ਵਾਲਾ ਜਿਹੜਾ ਸਮਾਂ, ਜੋ ਬੱਚੇ ਨੇ ਉਹਨਾਂ ਦਾ ਜਿਹੜਾ ਭਵਿੱਖ ਆਉਣ ਵਾਲਾ, ਫਿਰ ਉਹ ਸਹੀ ਹੋਏਗਾ। ਜੇ ਉਹਨਾਂ ਦੇ ਅੰਦਰ ਇਹ ਬ੍ਰਹਮ ਦਾ ਗਿਆਨ ਹੋਏਗਾ, ਫਿਰ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਗੇ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਨਗੇ, ਤੇਰ ਮੇਰ ਅਸੀਂ ਨਹੀਂ ਉਹਨਾਂ ਨੂੰ ਸਿਖਾਵਾਂਗੇ, ਅਤੇ ਫਿਰ ਉਹ ਸਾਰਿਆਂ ਦੇ ਨਾਲ ਹੀ ਪਿਆਰ ਕਰਨਗੇ। ਜਦੋਂ ਸਾਰਿਆਂ ਨਾਲ ਪਿਆਰ ਕਰਨਗੇ ਤਾਂ ਮਾਤਾ ਪਿਤਾ ਨਾਲ ਤਾਂ ਆਪ ਹੀ ਕਰਨਗੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਇਹ ਜਿਹੜਾ ਖੇਲ ਹੈ ਪਿਆਰ ਦਾ, ਜੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ, ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ, ਫਿਰ ਆਪਾਂ ਨੂੰ ਤਾਂਹੀਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਸਮਝਾਉਂਦੇ ਵੀ ਮੈਂ ਤੁਹਾਨੂੰ ਸੱਚ ਕਹਿ ਰਿਹਾ, ਤੁਸੀਂ ਸਾਰਿਆਂ ਦੇ ਨਾਲ ਪਿਆਰ ਕਰੋ, ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੇ ਮਾਲਕ ਨਾਲ ਮਿਲਾਪ ਕੀਤਾ। ਆਵਾ ਰੋਜ਼ ਪੜ੍ਹਦੇ ਸਤਿਗੁਰਾਂ ਦੇ ਬਚਨ ਫਰਮਾਉਂਦੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਮਾਲਕ ਨਾਲ ਮਿਲਾਪ ਕੀਤਾ, ਅਤੇ ਇਹ ਕਿਤੇ ਨਹੀਂ ਆਖੇ ਵੀ ਜਿਨ੍ਹਾਂ ਨੇ ਦੁਬਦਾ ਕੀਤੀ, ਜਿਨ੍ਹਾਂ ਨੇ ਵੈਰ ਵਿਰੋਧ ਕੀਤਾ, ਜਿਨ੍ਹਾਂ ਨੇ ਨਿੰਦਿਆ ਚੁਗਲੀ ਕੀਤੀ, ਵੀ ਉਹਨਾਂ ਨੇ ਮਾਲਕ ਨਾਲ ਮਿਲਾਪ ਕਰ ਲਈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਸਜ਼ਾ ਮਿਲੀ, ਉਹ ਇੱਥੇ ਵੀ ਦੁਖੀ ਰਹੇ, ਅਤੇ ਉਹ ਆਪਦਾ ਜੀਵਨ ਸੀ ਜਿਹੜਾ ਪਦਾਰਥ ਦੇ ਰੂਪ 'ਚ ਮਿਲਿਆ ਉਹਨੂੰ ਵੀ ਬਰਬਾਦ ਕਰਕੇ ਵਾਪਸ ਫਿਰ ਜੂਨਾਂ 'ਚ ਮੁੜ ਗਏ। ਸੋ ਤਾਈਓ ਆਪਾਂ ਨੂੰ ਸਮਝਾਉਂਦੇ ਵੀ ਵਾਦ ਵਿਵਾਦ ਦੇ ਵਿੱਚ ਮਾਲਕ ਨਾਲ ਸਾਡਾ ਮੇਲ ਨਹੀਂ ਹੋਣਾ। ਜੇ ਅਸੀਂ ਵਾਦ ਵਿਵਾਦ 'ਚ ਹੀ ਪਏ ਰਹੇ, ਇਹਨੂੰ ਅਕਲ ਨਹੀਂ ਕਹਿੰਦੇ, ਇਹਨੂੰ ਸਿਆਣਪ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਅਕਲ ਇਹ ਨਾ ਆਖੀ, ਅਕਲੀ ਗਵਾਈਏ ਬਾਦ। ਵੀ ਇਹਨੂੰ ਅਕਲ ਜਾਂ ਇਹਨੂੰ ਸਿਆਣਪ ਨਹੀਂ ਕਿਹਾ ਜਾਂਦਾ ਜਿਹਦੇ ਨਾਲ ਵਾਦ ਵਿਵਾਦ ਖੜ੍ਹਾ ਹੋ ਜਾਂਦਾ, ਜਿਹਦੇ ਨਾਲ ਸਾਡੇ ਅੰਦਰ ਦੁਬਦਾ ਆ ਜਾਂਦੀ। ਇਹਨੂੰ ਅਕਲ ਜਾਂ ਇਹਨੂੰ ਸਿਆਣਪ ਨਹੀਂ ਕਹਿੰਦੇ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਿਆਣਪ ਸਾਡੀ ਤਾਂ ਹੀ ਹੈ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ, ਜੇ ਅਸੀਂ ਸਤ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਅਤੇ ਤਾਈਓ ਸਾਡੇ ਮਨ ਨੇ ਜਿਹੜਾ ਪਹਿਲਾਂ ਕਮਲਾ ਹੋਇਆ ਦੁਬਦਾ ਵਸ ਪਿਆ ਹੋਇਆ, ਦੁਬਦਾ ਨੇ ਇਹਨੂੰ ਬੌਰਾ ਕੀਤਾ ਹੋਇਆ, ਦੁਬਦਾ ਬੌਰੀ ਮਨ ਬਰਾਇਆ, ਫਿਰ ਇਹ ਕਮਲਾ ਹੋਇਆ ਵੀ ਸਿਆਣਾ ਹੋ ਸਕਦਾ ਇਹ ਗੁਰੂ ਦੀ ਮੱਤ ਲਵੇ। ਜਿਹੜਾ ਇਹ ਗੰਦਗੀ ਖਾਣ ਦਾ ਆਦੀ ਹੋ ਗਿਆ, ਕਾਂ ਦੇ ਨਿਆਈ ਹੋ ਗਿਆ, ਕਾਂ ਤੋਂ ਵੀ ਹੰਸ ਬਣ ਸਕਦਾ। ਇਹ ਸਤਸੰਗ ਦੀ ਵਡਿਆਈ ਹੈ। ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ ਹੈ, ਅਤੇ ਇਹਨੂੰ ਅੰਮ੍ਰਿਤਸਰ ਦਾ ਨਾਮ ਦਿੱਤਾ। ਸਤ ਸੰਗਤ ਨੂੰ ਸਤਸਰ ਸਰੋਵਰ ਦਾ ਨਾਮ ਦਿੱਤਾ, ਜਿਹਦੇ ਵਿੱਚ ਆ ਕੇ ਮਹਾਰਾਜ ਕਹਿੰਦੇ ਇੱਕ ਕਾਂ ਵੀ ਉਹ ਹੰਸ ਬਣ ਸਕਦਾ। ਫਰਮਾਉਂਦੇ ਨੇ ਅੰਮ੍ਰਿਤਸਰ ਸਤਿਗੁਰੂ ਸੱਤੇਵਾਦੀ, ਜੈਤ ਨਾਤੇ ਕਊਆ ਹੰਸ ਹੋਏ। ਬਈ ਸਤ ਸੰਗਤ ਦੀ ਇਹ ਵਡਿਆਈ ਹੈ, ਮਹਿਮਾ। ਸਾਡਾ ਮਨ ਕਾਂ ਦੇ ਨਿਆਈ ਹੋਇਆ, ਇਹ ਕਾਂ ਤੋਂ ਹੰਸ ਬਣ ਸਕਦਾ। ਵੀ ਜਿਹੜਾ ਇਹ ਕਾਲਾ ਹੋ ਗਿਆ, ਕਾਲੇ ਤੋਂ ਇਹ ਉਜਲ ਹੋ ਸਕਦਾ, ਕਿਉਂਕਿ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ। ਜਦੋਂ ਇਹਦੇ 'ਤੇ ਦੁਬਦਾ ਦੀ ਮੈਲ ਚੜ੍ਹਦੀ ਹੈ, ਕਾਲਾ ਹੋ ਜਾਂਦਾ, ਅਤੇ ਜਦੋਂ ਸਤ ਸੰਗਤ ਕਰੇਗਾ ਇਹਦੀ ਕਾਲਖ ਲੱਥ ਜੇਗੀ ਅਤੇ ਉਜਲ ਹੋ ਜੇ, ਕਾਂ ਤੋਂ ਹੰਸ ਹੋ ਜਾਏਗਾ। ਹੁਣ ਤਾਈਆਂ ਫਿਰ ਮਹਾਰਾਜ ਕਹਿੰਦੇ ਵੀ ਇਹ ਸਤ ਸੰਗਤ ਦੀ ਵਡਿਆਈ ਹੈ, ਮਹਿਮਾ ਹੈ।
ਵੀ ਜਦੋਂ ਅਸੀਂ ਸੰਗਤ ਕਰਾਂਗੇ ਫਿਰ ਅਸੀਂ ਤਰਾਂਗੇ। ਤਾਈਓ ਸਾਨੂੰ ਰੋਜ਼ ਫਰਮਾਉਂਦੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰੀਆ। ਵੀ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ ਉਹ ਤਰ ਜਾਂਦੇ। ਕਿਵੇਂ ਤਰਦੇ? ਕਿਉਂਕਿ ਸਤਿਗੁਰੂ ਸਾਨੂੰ ਭੇਤ ਦਿੰਦੇ, ਸਾਨੂੰ ਗਿਆਨ ਦਿੰਦੇ ਵੀ ਅਸੀਂ ਦੁਵਿਧਾ ਵਿੱਚ ਪੈ ਕੇ ਇਹ ਜੀਵਨ ਦੀ ਬਾਜੀ ਨੂੰ ਹਾਰਦੇ। ਹੁਣ ਅਸੀਂ ਇਹ ਦੁਵਿਧਾ ਨੂੰ ਖਤਮ ਕਰਨ ਇਕੱਠੇ ਹੋ ਕੇ ਜਦੋਂ ਆਪਾਂ ਸਿਮਰਨ ਕਰਾਂਗੇ ਇਹ ਦੁਵਿਧਾ ਖਤਮ ਹੋ ਜਾਏਗੀ। ਮਹਾਰਾਜ ਤਾਈਓ ਫਰਮਾਉਂਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲੈ ਬਲਾਈ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਹੁਣ ਆਪਾਂ ਨੂੰ ਜਿਵੇਂ ਸਮਝਾਉਂਦੇ ਵੀ ਤੁਸੀਂ ਇਕੱਠੇ ਹੋ ਕੇ ਬੈਠੋ ਅਤੇ ਸਿਮਰਨ ਕਰੋ ਅਤੇ ਇਹ ਦੁਵਿਧਾ ਖਤਮ ਹੋ ਜਾਏਗੀ। ਆਓ ਹੁਣ ਜਿਵੇਂ ਆਪਾਂ ਸੰਗਤ ਰੂਪ ਦੇ ਵਿੱਚ, ਪਰਿਵਾਰ ਰੂਪ ਦੇ ਵਿੱਚ ਇਕੱਠੇ ਹੋ ਕੇ ਬੈਠਦੇ ਸਿਮਰਨ ਕਰਦੇ, ਇਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰਨੀ ਆਪਣੇ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ ਵੀ ਅਸੀਂ ਜੇ ਸਾਰੇ ਮਿਲ ਕੇ ਬੈਠ ਕੇ ਸਿਮਰਨ ਕਰਾਂਗੇ ਅਤੇ ਜਿਹੜਾ ਪਰਿਵਾਰਾਂ ਦੇ ਵਿੱਚ ਕਲਾ ਕਲੇਸ਼ ਹੈ, ਵਿਚਾਰਾਂ ਦਾ ਟਕਰਾਅ ਹੈ, ਦੁਵਿਧਾ ਹੈ, ਇਹ ਸਾਰਾ ਕੁਝ ਖਤਮ ਹੋ ਜਾਏਗਾ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਰੀਕਾ ਹੈ ਗੁਰਮੁਖ ਪਿਆਰਿਓ ਜੋ ਸਾਡੇ ਅੰਦਰ ਦੁਵਿਧਾ ਪੈਦਾ ਹੁੰਦੀ ਉਹਨੂੰ ਖਤਮ ਕਰਨ 'ਚ। ਮਹਾਰਾਜ ਇਸ ਲਈ ਸਮਝਾਉਂਦੇ ਵੀ ਇਹ ਮਾਇਆ ਜਿਹੜੀ ਬਿਖ ਜ਼ਹਿਰ ਭਿਅੰਗਮ ਸਰਪਣੀ ਜਿਹਨੇ ਜੀਵਾਂ ਦੇ ਮਨਾਂ ਨੂੰ ਜ਼ਹਿਰ ਚੜ੍ਹਾਇਆ ਹੋਇਆ, ਜ਼ਹਿਰ ਚੜ੍ਹਿਆ ਹੋਣ ਕਰਕੇ ਫਿਰ ਉਹ ਦੁਵਿਧਾ ਕਰਦੇ, ਵੈਰ ਵਿਰੋਧ ਕਰਦੇ। ਅਤੇ ਮਹਾਰਾਜ ਕਹਿੰਦੇ ਵੀ ਇਹ ਦੁਵਿਧਾ ਨੇ ਬਹੁਤੇ ਘਰ ਗਾਲੇ, ਅਤੇ ਆਪਾਂ ਨੂੰ ਇਸ ਲਈ ਫਿਰ ਸਮਝਾਉਂਦੇ ਵੀ ਅਸੀਂ ਇਹ ਦੁਵਿਧਾ ਤੋਂ ਮਨ ਨੂੰ ਉਠਾਉਣਾ। ਮਹਾਰਾਜ ਤਾਈਓ ਫਰਮਾਉਂਦੇ ਮਾਇਆ ਬਿਖ ਭਿਅੰਗਮ ਨਾਲੇ, ਇਹਨੂੰ ਦੁਵਿਧਾ ਘਰ ਬਹੁਤੇ ਗਾਲੇ, ਵੀ ਇਹ ਦੁਵਿਧਾ ਨੇ ਬਹੁਤੇ ਘਰ ਗਾਲੇ। ਅਤੇ ਆਪਾਂ ਹੁਣ ਇਹ ਦੁਵਿਧਾ ਤੋਂ ਬਚਣ ਵਾਸਤੇ ਵੱਧ ਤੋਂ ਵੱਧ ਆਪਾਂ ਸਿਮਰਨ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ।
ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣਾ ਜਿਹੜਾ ਮਨ ਹੈ ਦੁਬਦਾ ਤੋਂ ਉੱਪਰ ਉੱਠ ਜੇ। ਸੋ ਕੱਲ੍ਹ ਨੂੰ ਸ਼ਨੀਵਾਰ ਜੋ ਆਪਣਾ ਹਫ਼ਤਾਵਾਰੀ ਸਮਾਗਮ ਗੁਰਦੁਆਰਾ ਬ੍ਰਹਮਿਲ ਨਹੀਂ ਕੱਚਾ ਮੋਗਾ ਵਿਖੇ ਹੁੰਦਾ। ਸੋ ਸਾਰਿਆਂ ਨੇ ਆਪਾਂ ਸਮੇਂ ਸਿਰ ਕੱਲ੍ਹ ਨੂੰ 6 ਵਜੇ ਤੱਕ ਸਾਰੇ ਗੁਰਮੁਖ ਪਹੁੰਚ ਜਿਆ ਕਰੋ ਅਤੇ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਸਾਰੇ ਤਾਂ ਚੱਲਿਆ ਕਰੀਏ ਆਪ ਤਾਂ, ਅਤੇ ਨਾਲ ਹੋਰ ਵੀ ਆਪਣੇ ਪਰਿਵਾਰ ਦੇ ਮੈਂਬਰ ਜਾਂ ਹੋਰ ਸੰਗੀ ਸਾਥੀ ਉਹਨਾਂ ਨੂੰ ਵੀ ਆਪਾਂ ਪ੍ਰੇਰੀਏ ਤਾਂ ਕਿ ਉਹ ਵੀ ਸੰਗਤ ਕਰਨ ਅਤੇ ਉਹਨਾਂ ਦਾ ਜਿਹੜਾ ਮਨ ਵੀ ਦੁਬਦਾ ਦੇ ਵਿੱਚ ਦੁਰਮਤ ਦੀ ਅਗਨ 'ਚ ਜਲ ਰਿਹਾ, ਉਹਨਾਂ ਦੇ ਮਨ ਨੂੰ ਸ਼ਾਂਤੀ ਆਵੇ, ਉਹਨਾਂ ਦੇ ਮਨ ਨੂੰ ਸੁੱਖ ਮਿਲੇ। ਇਹ ਸਭ ਤੋਂ ਵੱਡਾ ਪੁੰਨ ਹੈ। ਕਲਯੁਗ ਦੇ ਸਮੇਂ ਦੇ ਵਿੱਚ ਤੁਸੀਂ ਇੱਕ ਜੀਵ ਨੂੰ ਵੀ ਜੇ ਸਿਮਰਨ ਕਰਾਓਗੇ, ਉਹਨੂੰ ਸੰਗਤ ਕਰਾਓਗੇ, ਇਹ ਸਭ ਤੋਂ ਵੱਡਾ ਪੁੰਨ ਹੈ ਜੋ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਦੱਸਦੇ। ਕੱਲ੍ਹ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਈ ਵੀ ਕਲਯੁਗ ਦੇ ਵਿੱਚ ਪੁੰਨ ਕੀ ਹੈ? ਪਰਮਾਤਮਾ ਦੇ ਗੁਣ ਗਾਉਣੇ, ਸਿਮਰਨ ਕਰਨਾ, ਕਰਾਉਣਾ, ਸੰਗਤ ਕਰਨੀ, ਗਾਂ ਹੋਰ ਕਿਸੇ ਨੂੰ ਕਰਾਉਣੀ, ਇਹ ਪੁੰਨ ਹੈ। ਸੋ ਆਪਾਂ ਕੋਸ਼ਿਸ਼ ਕਰਨੀ ਸਾਰਿਆਂ ਨੇ ਇਹ ਆਪਾਂ ਪੁੰਨ ਕਰਨਾ ਤਾਂ ਕਿ ਆਪਾਂ ਆਪ ਵੀ ਲਾਹਾ ਖੱਟੀਏ ਅਤੇ ਨਾਲ ਹੋਰਾਂ ਜੀਵਾਂ ਨੂੰ ਵੀ ਲਾਹਾ ਹੋਵੇ। ਸੋ ਸਾਰੇ ਗੁਰਮੁਖਾਂ ਨੇ ਸਮੇਂ ਸਿਰ ਪਹੁੰਚ ਕੇ ਆਪਾਂ ਸੰਗਤ ਕਰਕੇ ਵੱਧ ਤੋਂ ਵੱਧ ਆਪਣੇ ਜੀਵਨ ਦਾ ਜੋ ਲਾਹਾ ਹੈ ਇਹ ਆਪਾਂ ਲਾਹਾ ਪ੍ਰਾਪਤ ਕਰਨਾ। ਸੋ ਗੁਰਮੁਖ ਪਿਆਰੇ ਹੋਏ ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।